Okay. Hey everybody, ਸਵਾਗਤ ਸਾਰਿਆਂ ਦਾ। My name is Ekam and ਤੁਸੀਂ are watching the English Family YouTube channel। ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਬੱਚੇ ਦੇ ਬੈਂਡ ਆਉਂਦੇ ਨੇ। ਉਸ ਤੋਂ ਵੱਧ ਖੁਸ਼ੀ ਹੁੰਦੀ ਹੈ ਜਦੋਂ ਉਸ ਬੱਚੇ ਦੇ ਬੈਂਡ ਇਸ ਤਰ੍ਹਾਂ ਆਉਂਦੇ ਨੇ ਕਿ ਉਸ ਦੀਆਂ ਜੋ ਉਹਨੇ ਕਿਸ ਢੰਗ ਨਾਲ ਕੀਤਾ ਆ ਉਸ ਤੋਂ ਆਪਾਂ ਇੱਕ ਤਰ੍ਹਾਂ ਸਿੱਖ ਵੀ ਸਕਦੇ ਹਾਂ। ਅੱਜ ਸਾਡੇ ਨਾਲ ਨੇ ਗੌਰਵ ਮਹਿਰਾ। ਇਹਨਾਂ ਦੇ ਰੀਸੈਂਟਲੀ ਬੈਂਡ ਆਇਆ। ਇਹਨਾਂ ਦਾ ਪੇਪਰ ਕੰਡਕਟ ਹੋਇਆ ਸੀਗਾ 16th of July 2022 ਨੂੰ, ਜਿਨ੍ਹਾਂ ਦਾ ਰਿਜ਼ਲਟ ਜਿਹੜਾ ਮੇਰੇ ਖਿਆਲ ਨਾਲ 3 ਦਿਨ ਪਹਿਲਾਂ ਆਇਆ ਆਈ ਗੈਸ ਗੌਰਵ, ਯੈਸ ਹਨਾ। ਯੈਸ ਯੈਸ 3 ਦਿਨ ਪਰਸੋਂ ਆਇਆ। ਪਹਿਲਾਂ ਇਹਨਾਂ ਦਾ ਰਿਜ਼ਲਟ ਆਇਆ, ਪਰਸੋਂ ਰਿਜ਼ਲਟ ਆਇਆ, ਜਿਹਦੇ ਵਿੱਚੋਂ ਇਹਨਾਂ ਦੇ ਲਿਸਨਿੰਗ ਵਿੱਚੋਂ 8 ਬੈਂਡ ਆਏ ਆ, ਰੀਡਿੰਗ ਵਿੱਚੋਂ 6.5, ਸਪੀਕਿੰਗ ਵਿੱਚੋਂ 6 ਐਂਡ ਰਾਈਟਿੰਗ ਵਿੱਚੋਂ 6 ਐਂਡ ਓਵਰਆਲ 6.5 ਬਣੇ ਆ। The motive of this video is, ਪਹਿਲਾਂ ਤਾਂ ਇਸ ਚੀਜ਼ ਨੂੰ ਥੋੜਾ ਧਿਆਨ ਨਾਲ ਸਮਝਦੇ ਹਾਂ। The motive of this video is not some kind of promotion ਜਾਂ ਕਿਸੇ ਵੀ ਚੀਜ਼ ਬਾਰੇ ਕੁਝ ਨੈਗੇਟਿਵ ਗੱਲ ਕਰਨੀ ਨਹੀਂ ਹੈ। ਇਹਦਾ ਸਿਰਫ ਇੱਕ ਮਕਸਦ ਹੈ ਕਿ ਬੱਚਿਆਂ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਅਸੀਂ ਅਵੇਅਰਨੈਸ ਕ੍ਰੀਏਟ ਕਰ ਸਕਦੇ ਹਾਂ ਰਿਗਾਰਡਿੰਗ ਆਇਲਸ ਦੇ ਪੇਪਰ ਨੂੰ ਲੈ ਕੇ, ਤੇ ਉਹਦਾ ਕੀ ਇੱਕ ਪਰਸਪੈਕਟਿਵ ਹੋਣਾ ਚਾਹੀਦਾ ਬੱਚੇ ਦਾ, ਉਸ ਬਾਰੇ ਹੀ ਆਪਾਂ ਗੱਲ ਕਰਨੀ ਹੈ। ਸੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕ ਗੌਰਵ, ਬਹੁਤ ਬਹੁਤ ਤੁਹਾਨੂੰ ਕੰਗ੍ਰੈਚੁਲੇਸ਼ਨ ਥੈਂਕ ਐਂਡ ਯੂ ਥੈਂਕ ਸਵਾਗਤ ਤੁਹਾਡਾ ਇਸ ਚੈਨਲ ਤੇ। ਯੂ। ਬਹੁਤ ਚੰਗਾ ਲੱਗਦਾ ਹੈ ਜਦੋਂ ਮਿਹਨਤ ਰੰਗ ਲਿਆਉਂਦੀ ਹੈ ਐਂਡ ਮੈਨੂੰ ਪਤਾ ਹੈ ਤੁਸੀਂ ਕਿੰਨੀ ਮਿਹਨਤ ਕੀਤੀ ਸੀਗੀ, ਕਿੱਦਾਂ ਸਭ ਕੁਝ ਰਿਹਾ। ਆਈ ਲਵਡ ਇਟ, ਬਟ ਹਾਂਜੀ ਆਈ ਜਸਟ ਹਾਂਜੀ ਵਾਂਟ ਕਿ ਉਹ ਚੀਜ਼ਾਂ ਆਪਾਂ ਇੱਥੇ ਬੱਚਿਆਂ ਨਾਲ ਵੀ ਸ਼ੇਅਰ ਕਰੀਏ। ਹਾਂਜੀ। ਸੋ ਫਸਟ ਆਫ ਆਲ ਗੌਰਵ, ਜਸਟ ਲੈਟ ਮੀ ਨੋ ਕਿ ਤੁਸੀਂ, ਨਾਟ ਲੈਟ ਮੀ, ਲੈਟ ਦ ਅਦਰਸ ਨੋ that ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ ਕੀ ਹੈ। ਬਹੁਤ ਬੇਸਿਕ ਤੋਂ ਸ਼ੁਰੂ ਕਰਦੇ ਹਾਂ। Sir, I have recently passed out my 12th standard last year from DCM Presidency School in Ludhiana. Yeah, Uh, that's good. I ਅੱਛਾ, ਉਸ ਤੋਂ ਬਾਅਦ ਤੁਸੀਂ ਪਲੱਸ 2 ਕੀਤੀ ਐਂਡ ਪਲੱਸ 2 ਕਰਨ ਤੋਂ ਬਾਅਦ ਤੁਹਾਡੇ ਹਾਂਜੀ। ਸਬਜੈਕਟਸ ਕਿਹੜੇ ਸੀਗੇ? ਯੂ ਵਰ ਨਾਨ ਮੈਡੀਕਲ ਔਰ ਕਾਮਰਸ? Yes, I passed out in non-medical. ਨਾਨ My ਮੈਡੀਕਲ। subjects were maths, physics, chemistry, along with English, and additional subject my was physical education. ਇੰਗਲਿਸ਼ ਨਾਲ ਕਿੰਨਾ ਕੁ ਪਿਆਰ ਸੀ 12ਵੀਂ ਚ? ਇੰਗਲਿਸ਼ ਦਾ ਪਿਆਰ ਤਾਂ ਮੇਰਾ ਸ਼ੁਰੂ ਤੋਂ ਹੀ ਸੀਗਾ। ਫਰੋਮ ਮਾਈ ਫਸਟ ਸਟੈਂਡਰਡ ਇੰਗਲਿਸ਼ ਇੱਕ ਇਦਾਂ ਦਾ ਸਬਜੈਕਟ ਸੀਗਾ ਜਿਹੜਾ ਮੇਰਾ ਫੇਵਰੇਟ ਸੀਗਾ, ਜਿਹੜਾ ਮੈਨੂੰ ਆਂਦਾ ਸੀਗਾ ਸਮਝ ਆਂਦਾ ਸੀ ਸ਼ੁਰੂ ਤੋਂ। ਸਮਝ ਆਉਂਦਾ ਸੀ। ਹਾਂਜੀ ਹਾਂਜੀ ਅੱਛਾ, ਸ਼ਾਇਦ ਇਹੀ ਕਾਰਨ ਹੈ, ਮੇਬੀ ਯੂਰ ਬੇਸ ਵਾਸ ਵੈਰੀ ਸਟਰੋਂਗ, ਦੈਟ ਆਪਾਂ ਇਹਨੂੰ ਮੇਰੇ ਖਿਆਲ ਨਾਲ 1.5 ਮਹੀਨੇ ਵਿੱਚ ਵੀ ਵਰ ਏਬਲ ਟੂ ਕਰੈਕ ਦ ਹਾਂਜੀ ਪੇਪਰ ਹਾਂਜੀ। ਐਂਡ ਤੁਸੀਂ ਪਹਿਲੀ ਵਾਰੀ ਦੇ ਵਿੱਚ ਹੀ ਆਪਣਾ ਪੇਪਰ ਯੂ ਅਟੈਂਪਟਡ ਐਂਡ ਯੂ ਡਿਡ ਇਟ ਵੈਰੀ ਬਿਊਟੀਫੁਲੀ। ਦੈਟਸ ਗੁੱਡ। ਅੱਛਾ ਗੌਰਵ, ਜਿੱਦਾਂ ਇੱਕ ਪੰਜਾਬ ਦੇ ਵਿੱਚ ਹਵਾ ਬਣਿਆ ਹੋਇਆ ਆਇਲਸ ਨੂੰ ਲੈ ਕੇ, ਹੁਣ ਮੈਨੂੰ ਨਹੀਂ ਲੱਗਦਾ ਕਿ ਜਦੋਂ ਤੁਸੀਂ ਪਲੱਸ 2 ਕਰ ਰਹੇ ਸੀਗੇ ਤੁਸੀਂ ਸ਼ਾਇਦ ਸੋਚਿਆ ਸੀ ਕਿ ਨਹੀਂ ਸੋਚਿਆ ਸੀ, ਵਰ ਯੂ ਥਿੰਕਿੰਗ ਆਫ ਗਿਵਿੰਗ ਆਇਲਸ ਪੇਪਰ, ਜਾਂ ਤੁਸੀਂ ਉਹ JEE ਪੇਪਰ, ਟ੍ਰਿਪਲ ਈ ਜਿਹੜੇ ਪੇਪਰ ਹੁੰਦੇ ਨਾਨ ਮੈਡੀਕਲ ਵਾਲੇ ਉਹ ਸੋਚਿਆ ਸੀ? ਨਹੀਂ, ਤੁਸੀਂ ਪਲੈਨਿੰਗ ਮੈਂ ਰਿਗਾਰਡਿੰਗ? ਕਦੇ ਨਹੀਂ ਸੋਚਿਆ ਸੀ ਕਿ ਮੈਂ ਆਪਣੀ ਪਲੱਸ 2 ਤੋਂ ਆਇਲਸ ਕਰੂੰਗਾ। ਮੇਰਾ ਪਲਾਨ ਸੀਗਾ ਕਿ ਵਧੀਆ ਜਿਹਾ ਕਾਲਜ ਲੱਭ ਕੇ ਇੱਥੇ ਹੀ ਪੜਾਂਗੇ, ਪਰ ਇੰਡੀਆ ਦੇ ਵਿੱਚ? ਜਿੱਦਾਂ ਤੁਸੀਂ ਕਿਹਾ ਇੱਕ ਹਊਆ ਬਣਿਆ ਹੋਇਆ ਆਇਲਸ ਦਾ ਕਿ ਬਹੁਤ ਔਖੀ ਹੈ, ਬਸ ਉਹ ਹਊਆ ਮੈਂ ਟੈਸਟ ਕਰਨਾ ਚਾਹੁੰਦਾ ਸੀ ਕਿੱਦਾਂ ਦਾ, ਕਿ ਬਾਕੀ ਆਇਲਸ ਔਖੀ ਹੈ ਕਿ ਨਹੀਂ। ਤੇ ਅੱਛਾ, ਬਸ ਮੇਰਾ ਉਹ ਜਦੋਂ ਬੱਚੇ ਆਇਲਸ ਦਿੰਦੇ ਸੀਗੇ ਯੂਰ ਫਰੈਂਡਸ ਵੁੱਡ ਬੀ ਗਿਵਿੰਗ ਆਇਲਸ ਐਗਜ਼ਾਮ, ਤੁਹਾਡੇ ਬੱਚੇ ਜਦੋਂ ਤੁਹਾਡੇ ਆਪਸੀ ਪੀਅਰ ਗਰੁੱਪ ਸੀਗਾ, ਉਹਨੇ ਵੀ ਆਇਲਸ ਕਰ ਲਈ, ਉਹਨੇ ਵੀ ਆਇਲਸ ਕਰ ਲਈ, ਉਹਨੇ ਵੀ ਆਇਲਸ ਕਰ ਲਈ, ਥੋੜਾ ਜਿਹਾ ਲੱਗਦਾ ਸੀਗਾ ਯਾਰ ਮੈਂ ਇਕੱਲਾ ਕਿਉਂ ਪਿੱਛੇ ਰਵਾਂ, ਮੈਂ ਵੀ ਕਰਾਂ? ਕਿ ਉਹ ਚੀਜ਼ ਸੀਗੀ ਜਾਂ ਜਸਟ ਟੈਸਟਿੰਗ ਦਾ ਵਾਟਰਸ ਕਾਈਂਡ ਆਫ ਥਿੰਗ ਸੀ? ਨਹੀਂ ਨਹੀਂ, ਕਿਉਂਕਿ ਜਿੰਨੇ ਵੀ ਮੇਰੇ ਫਰੈਂਡਸ ਨੇ ਉਹ ਸਾਰਿਆਂ ਨੇ ਫਸਟ ਅਟੈਂਪਟ ਚ ਕਲੀਅਰ ਕੀਤੀ ਹੈ ਆਇਲਸ। ਕਰੀਬ ਮੇਰੇ 5-6 ਫਰੈਂਡਸ ਆ ਉਹ ਹਲੇ ਇਸ ਵਕਤ ਕੈਨੇਡਾ ਪਹੁੰਚ ਚੁੱਕੇ ਨੇ, ਤੇ ਉਹਨਾਂ ਨੇ ਫਸਟ ਅਟੈਂਪਟ ਚ ਹੀ ਕਲੀਅਰ, ਤੇ ਕਿਸੇ ਦੇ ਵੀ 7 ਜਾਂ 6.5 ਤੋਂ ਘੱਟ ਨਹੀਂ ਹੈ, 6.5 ਆਏ ਹੀ ਸਾਰਿਆਂ ਦੇ। ਸੋ ਤੇ ਇਹਦਾ ਉਹਨਾਂ ਨੇ ਮਤਲਬ ਮੈਨੂੰ ਵੀ ਇਹ ਆ, ਮੋਟੀਵੇਟ ਕੀਤਾ। ਹਾਂ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਮਨ ਦੇ ਵਿੱਚ ਇੱਕ ਚੈਲੰਜ ਲਿਆ ਹੋਇਆ ਸੀਗਾ ਕਿ ਬੈਂਡ ਲੈਣੇ ਹਾਂਜੀ ਤੇ ਹਾਂਜੀ, ਪਹਿਲੀ ਵਾਰੀ ਚ ਤੇ ਚੈਲੰਜ ਸੀਗਾ ਬਿਲਕੁਲ। ਸਾਡੇ 'ਚ ਹੀ ਲੈਣੇ ਤੇ ਜਿਹੜੇ ਆ। ਜੇ ਕਿਉਂਕਿ ਮੇਰਾ ਪਤਾ ਸੀਗਾ ਮੈਂ ਕਰ ਤਾਂ ਲੈਣੀ ਆ, ਪਰ ਇਹ ਸੀਗਾ ਚੈਲੰਜ ਮਿਲਿਆ ਕਿ ਫਸਟ ਅਟੈਂਪਟ ਚ ਕਰਦਾ ਕਿ ਸੈਕਿੰਡ ਅਟੈਂਪਟ ਚ, ਤੇ ਜਿੱਦਾਂ ਹਾਏ, ਮਿਲੇ ਚੈਲੰਜ ਸੀਗਾ ਕਿ ਮੇਰੇ ਸਾਰੇ ਅੱਛਾ, ਫਰੈਂਡਸ ਨੇ ਫਸਟ ਅਟੈਂਪਟ ਚ ਕੀਤੀ ਆ। ਦਿਸ ਇਜ਼ ਵੈਰੀ ਇੰਪੋਰਟੈਂਟ। ਇਹ ਗੱਲ ਬਹੁਤ ਚੰਗੀ ਹੈ ਦੈਟ ਪਹਿਲੀ ਗੱਲ ਤੇ ਇੰਨੀ ਇੱਕ ਪੋਜ਼ਿਟਿਵਿਟੀ ਨਾਲ ਇੱਕ ਚੈਲੰਜ ਨੂੰ ਲੈਣਾ ਬਹੁਤ ਘੱਟ ਬੱਚੇ ਲੈਂਦੇ ਆ। ਦੂਜੀ ਗੱਲ, ਉਸ ਚੀਜ਼ ਦਾ ਪ੍ਰੈਸ਼ਰ ਨਹੀਂ ਮਨ ਤੇ ਲੈਣਾ। ਨਹੀਂ ਤਾਂ ਕਈ ਵਾਰ ਇਹ ਵੀ ਹੁੰਦਾ ਕਿ ਬੱਚੇ ਨਾ ਪੰਜਾਬ ਦੇ ਵਿੱਚ ਬਹੁਤ ਪ੍ਰੈਸ਼ਰ ਲੈਣਾ ਸ਼ੁਰੂ ਕਰ ਦਿੰਦੇ ਵੀ ਯਾਰ ਉਹਨੇ ਵੀ ਕਰ ਲਈ, ਉਹਨੇ ਵੀ ਕਰ ਲਈ, ਮੈਂ ਰਹਿ ਗਿਆ, ਏਦਾਂ ਹੋ ਗਿਆ, ਓਦਾਂ ਹੋ ਗਿਆ। ਸੋ ਦਿਸ ਵਾਸ ਐਵਰੀਬਡੀ ਸ਼ੁਡ ਨੋ ਦਿਸ ਵਾਸ ਅ ਵੈਰੀ ਪੋਜ਼ਿਟਿਵ ਥਿੰਗ ਕਿ ਪਹਿਲੀ ਗੱਲ ਤੇ ਇਹਨੇ ਉਸ ਪੀਅਰ ਪ੍ਰੈਸ਼ਰ ਨੂੰ ਬੜੇ ਪੋਜ਼ਿਟਿਵਲੀ ਲਿਆ, ਠੀਕ ਹੈ। ਦੂਜੀ ਗੱਲ, ਉਸ ਚੀਜ਼ ਨੂੰ ਇੱਕ ਚੈਲੰਜ ਵਜੋਂ ਆਪਣੀ ਪ੍ਰੈਪਰੇਸ਼ਨ ਦੇ ਵਿੱਚ ਉਹਨੂੰ ਇੱਕ ਫੋਕਸ ਕੀਤਾ, ਬਹੁਤ ਵਧੀਆ ਸੀਗਾ। ਅੱਛਾ, ਜਦੋਂ ਤੁਸੀਂ ਸੋਚਿਆ ਆਇਲਸ ਦੇਣ ਬਾਰੇ, ਠੀਕ ਹੈ, ਵਾਟ ਵਾਸ ਯੂਰ ਫਰਸਟ ਥਾਟ?
ਕਿ ਬਾਈ ਚਾਂਸ ਜੇ ਨਾ ਹੋਇਆ, ਹੁਣ ਪ੍ਰੋਬਲਮ ਕੀ ਹੈ, ਪੰਜਾਬ ਦੇ ਵਿੱਚ ਰੌਲਾ ਬਹੁਤ ਪੈ ਜਾਂਦਾ ਆਇਲਸ ਨੂੰ ਲੈ ਕੇ। ਹੂੰ ਠੀਕ ਹੈ, ਵੀ ਮੁੰਡਾ ਆਇਲਸ ਕਰਦਾ, ਕੁੜੀ ਹੂੰ ਆਇਲਸ ਕਰਦੀ ਹੈ, ਪਿੰਡ 'ਚ ਪਤਾ ਲੱਗ ਜਾਂਦਾ, ਹੂੰ ਸ਼ਹਿਰਾਂ 'ਚ ਰਿਸ਼ਤੇਦਾਰਾਂ ਨੂੰ, ਸਭ ਨੂੰ ਪਤਾ ਲੱਗ ਜਾਂਦਾ। ਹੂੰ ਉਸ ਚੀਜ਼ ਨੂੰ ਜਦੋਂ ਤੁਸੀਂ ਇਹਨੇ ਸ਼ੁਰੂ ਕਰਨਾ ਸੀਗਾ, ਦੈਟ ਡੇ ਲੱਗਾ ਵੀ ਯਾਰ ਹੁਣ ਮੈਂ ਆਇਲਸ ਸ਼ੁਰੂ ਕਰਨ ਲੱਗਾ, ਉਸ ਚੀਜ਼ ਨੇ ਕਿਤੇ ਪਿੱਛੇ ਨੂੰ ਖਿੱਚਿਆ? ਵਾਜ਼ ਇਟ ਅ ਪੁਲਿੰਗ ਬੈਕ ਫੈਕਟਰ? ਨਹੀਂ ਨਹੀਂ, ਕਿਉਂਕਿ ਮੇਰੇ ਫਰੈਂਡਸ ਨੇ, ਮੇਰੇ ਫੈਮਿਲੀ ਨੇ ਮੈਨੂੰ ਸ਼ੁਰੂ ਤੋਂ ਸਪੋਰਟ ਕੀਤਾ। ਉਹਨਾਂ ਨੇ ਹਮੇਸ਼ਾ ਮੈਨੂੰ ਹੀ ਕਿਹਾ, ਕਹਿੰਦੇ ਤੇਰੀ ਹੋ ਜਾਣੀ ਹੈ ਕਲੀਅਰ, ਟੈਨਸ਼ਨ ਨਾ ਲੈ। ਤੇ ਜਿੱਦਾਂ ਮੇਰੇ ਜਿੰਨੇ ਵੀ ਰਿਲੇਟਿਵਸ ਦੀ ਗੱਲ ਕਰੀਏ ਤਾਂ ਰਿਲੇਟਿਵਸ ਮੇਰੇ ਜਿੰਨੇ ਵੀ ਆ, ਉਹਨਾਂ ਨੇ ਦੋ ਦੋ ਤਿੰਨ ਤਿੰਨ ਅਟੈਂਪਟ ਕੀਤੀ ਹੈ ਆਇਲਸ ਕਲੀਅਰ। ਤੇ ਅੱਛਾ, ਮੈਨੂੰ ਮੈਂ ਉਧਰੋਂ ਫ੍ਰੀ ਸੀਗਾ ਕਿ ਕੋਈ ਨਾ, ਉਹਨਾਂ ਨੇ ਆਪ ਤਾਂ ਦੋ ਤਿੰਨ ਅਟੈਂਪਟ ਚ ਲਿੱਤੀ ਹੈ, ਤਾਂ ਮੈਨੂੰ ਕੋਈ ਚੱਕਰ ਨਹੀਂ। ਤੇ ਉਹ ਮੁੱਕਦੀ ਗੱਲ, ਉਹ ਪਹਿਲੇ ਕੋਈ ਵੀ ਕਾਣੇ ਏਦਾਂ, ਸੀਗੇ, ਕੋਈ ਉਹ ਪਹਿਲੇ ਹਾਂਜੀ ਹਾਂਜੀ ਪਹਿਲੇ ਹੀ ਸੀਗੇ, ਤੇ ਮੈਨੂੰ ਸੀਗਾ ਕਿ ਕੁਝ ਕਹਿ ਤਾਂ ਸਕਦੇ ਨਹੀਂ ਮੈਨੂੰ ਹੁਣ, ਮੈਂ ਹਾਂ ਕਲੀਅਰ ਆ ਉਧਰੋਂ, ਮੈਨੂੰ ਕੋਈ ਟੈਨਸ਼ਨ ਹਾਂ ਨਹੀਂ ਸੀਗੀ। ਤੇ ਮੇਰਾ ਇਹ ਸੀਗਾ ਕਿ ਜੇ ਕਰਨੀ ਹੈ ਤਾਂ ਫਸਟ ਅਟੈਂਪਟ 'ਚ ਹੀ ਕਰਨੀ ਹੈ, ਮੈਂ ਦੂਜੀ ਅਟੈਂਪਟ ਮੈਂ ਲੈਣੀ ਨਹੀਂ। ਫਸਟ ਅਟੈਂਪਟ 'ਚ ਹੋ ਗਈ ਤਾਂ ਹੋ ਗਈ, ਠੀਕ ਆ, ਵਰਨਾ ਫਿਰ ਹਾਂ ਇੱਥੇ ਕਿਤੇ ਕਾਲਜ ਦੇਖ ਲਾਂਗੇ। Well, that's also very ਹਾਂਜੀ good. That's also very good that ਹਾਂਜੀ you were that focused. ਮੈਨੂੰ ਬੜੀ ਚੰਗੀ ਹੂੰ ਗੱਲ ਲੱਗੀ ਕਿ ਬਾਕੀ ਨੇ ਦੋ ਤਿੰਨ ਅਟੈਂਪਟ ਚ ਕੀਤੀ ਸੀਗੀ, ਮੈਨੂੰ ਇਸ ਕਰਕੇ ਟੈਨਸ਼ਨ ਨਹੀਂ ਸੀ, ਮੈਨੂੰ ਪਤਾ ਸੀ ਮੇਰੀ ਹੋ ਟੈਨਸ਼ਨ ਜਾਣੀ ਹੈ। ਸੀ। ਹਾਂ, ਕਹਿਣ ਜੋਗੇ। ਹੂੰ ਅੱਛਾ, ਹੂੰ that's very good. ਅੱਛਾ, ਇੱਕ ਦੱਸੋ, ਹੁਣ ਤੁਹਾਡੀ ਪ੍ਰੈਪਰੇਸ਼ਨ ਦੀ ਗੱਲ ਕਰਦੇ, ਲੈਟਸ ਸਟਾਰਟ ਅਬਾਊਟ ਦ ਪ੍ਰੈਪਰੇਸ਼ਨ। ਜਦੋਂ ਆਇਲਸ ਦੇ ਵਿੱਚ ਪਹਿਲੀ ਵਾਰੀ ਕੋਈ ਵੀ ਬੱਚਾ ਸ਼ੁਰੂ ਕਰਦਾ ਪ੍ਰੈਪਰੇਸ਼ਨ, ਉਹਦੇ ਮਨ ਵਿੱਚ ਹੁੰਦਾ ਕਿ ਮੈਂ ਫਲਾਨੀ ਬੁੱਕ ਤੋਂ ਪੜਾਂ, ਮੈਂ ਆਹ ਸੋਲਵ ਕਰਾਂ, ਏਦਾਂ ਸੋਲਵ ਕਰਾਂ, ਏਦਾਂ ਕਰਾਂ, ਆਹ ਕਰਾਂ। ਜਦੋਂ ਪਹਿਲਾਂ ਸੋਲਵ ਕਰਨ ਲੱਗਦਾ ਹੈ, ਉਦੋਂ ਵੀ ਡਰਦਾ ਕਿ ਆਹ ਕਿੱਦਾਂ ਦਾ ਆ ਗਿਆ, ਆਹ ਕੀ ਆ ਗਿਆ। ਜਦੋਂ ਪਹਿਲੀ ਵਾਰੀ ਆਇਲਸ ਦੇ ਪੇਪਰ ਫੜਿਆ ਸੀਗਾ, when you give your first mock test, ਠੀਕ ਹੈ, ਉਦੋਂ ਕਿੱਦਾਂ ਦਾ ਮਹਿਸੂਸ ਹੋਇਆ ਸੀਗਾ? ਮਹਿਸੂਸ Were ਹੋਇਆ ਸੀਗਾ, ਕਿਉਂਕਿ ਜਿੱਦਾਂ ਹਾਂ, ਇਹ ਔਖਾ ਲੱਗਾ ਸੀ ਕਿ ਕਿੱਦਾਂ ਲੱਗਾ ਸੀਗਾ? ਔਖਾ ਤਾਂ ਲੱਗਾ ਸੀਗਾ, ਕਿਉਂਕਿ ਜਿੰਨੀ ਵੀ 12th ਤੱਕ ਅਗਰ ਰੀਡਿੰਗ ਦੀ ਗੱਲ ਕਰੀਏ ਤਾਂ 12th ਤੱਕ ਰੀਡਿੰਗ ਜਿੰਨੀ ਵੀ ਆਈ ਉਹ ਸੌਖੀ ਹੁੰਦੀ ਸੀ। ਮਤਲਬ ਹੂੰ ਬਿਨਾਂ ਮਤਲਬ ਮਿਹਨਤ ਕਰਨੀ ਨਹੀਂ ਪੈਂਦੀ ਸੀ ਆਨਸਰ ਲੱਭਣ ਲਈ। ਪਰ ਹੂੰ ਜਦੋਂ ਇੱਥੇ ਪਹਿਲੀ ਵਾਰ ਆ ਕੇ ਕੀਤੀ, ਮੌਕ ਟੈਸਟ ਦਿੱਤਾ, ਤੇ ਕੋਈ ਆਨਸਰ ਹੀ ਹੂੰ ਨਾ ਲੱਭੇ ਸਾਰੇ, ਕਿਉਂਕਿ ਸਿਨੋਨਿਮਸ ਲਿਖੇ ਹੋਏ ਸੀ, ਸਾਰੇ ਪੈਰਾਫਰੇਜ਼ਿੰਗ ਕੀਤੀ ਹੋਈ ਸੀ, ਤਾਂ ਲੱਭੇ ਨਹੀਂ। ਪਰ ਫਿਰ ਵੀ ਹਾਂ, ਮੇਰੇ ਆਈ ਥਿੰਕ 13 ਚੋਂ 7 ਨੰਬਰ ਆਏ ਸੀਗੇ। ਤੇ 13 to ਤੁਸੀਂ ਕਿਹਾ 7। ਸੀ ਗੁੱਡ ਹੈ, ਗੁੱਡ ਹੈ, ਹਾਂ ਨਹੀਂ, ਕੋਈ ਮਤਲਬ ਹਾਂ, ਹੈ ਨਹੀਂ, ਈਵਨ ਵਧੀਆ ਈਵਨ ਨੰਬਰ ਮੈਨੂੰ ਆ। ਮੈਨੂੰ ਕਾਫੀ ਚੰਗਾ ਤੇ ਲੱਗਾ ਸੀਗਾ ਕਿ ਜਿਹੜੇ ਬੱਚੇ ਹਾਂਜੀ ਨੇ ਪਹਿਲਾਂ ਕਦੀ ਕਦੀ ਆਇਲਸ ਬਾਰੇ ਸੁਣਿਆ ਨਹੀਂ, ਜਿਹਨੂੰ ਪਤਾ ਹੀ ਨਹੀਂ, ਹੂੰ ਜੇ ਉਹਨੂੰ ਰੀਡਿੰਗ ਦਾ ਇੱਕ ਪੈਸੇ ਦਿੱਤਾ ਜਾਵੇ, 13 ਚੋਂ 7 ਨੰਬਰ ਹੂੰ ਲਵੇ, ਦੈਟ ਵਾਸ ਵੈਰੀ ਗੁੱਡ। ਆਈ ਲਿਟਰਲੀ ਹੂੰ ਲਵਡ ਇਟ ਐਂਡ ਆਈ ਥੌਟ ਦੈਟ ਸਪਾਰਕ ਇਨ ਯੂ, ਇਹਨੇ ਮੁੰਡੇ ਨੇ ਕਰ ਲੈਣੀ ਹੈ। ਅੱਛਾ, ਹੁਣ ਮੈਨੂੰ ਇਹ ਦੱਸੋ, ਤੁਸੀਂ ਜਦੋਂ ਆਪਣੀ ਉਹਨੂੰ ਸ਼ੁਰੂ ਕੀਤਾ, ਜੋ ਤੁਹਾਡਾ ਇੰਗਲਿਸ਼ ਪਹਿਲਾਂ ਪੜ੍ਹੀ ਸੀਗੀ ਬਿਫੋਰ ਯੂਰ ਆਇਲਸ ਪ੍ਰੈਪਰੇਸ਼ਨ, ਐਂਡ ਜੋ ਤੁਸੀਂ ਆਇਲਸ ਦੇ ਵਿੱਚ ਜੋ ਤੁਸੀਂ ਕੀਤਾ, ਕੀ ਦੋਵਾਂ 'ਚ ਫਰਕ ਹੈਗਾ ਲੈਵਲ ਦਾ? ਨਹੀਂ, ਕਿਉਂਕਿ ਇੰਗਲਿਸ਼ ਦਾ ਲੈਵਲ ਦਾ ਫਰਕ ਹੈ ਕਹਿ ਸਕਦੇ ਆ, ਪਰ ਉਹ ਹੂੰ ਲੈਵਲ ਕਵਰ ਅਪ ਹੋ ਸਕਦਾ ਕਿ 15-20 ਦਿਨ ਦੇ ਵਿੱਚ ਕਵਰ ਅਪ ਹੋ ਸਕਦਾ, ਉਹ ਇੰਨਾ ਵੀ ਮੁਸ਼ਕਿਲ ਨਹੀਂ ਹੈਗਾ। ਹੂੰ ਤੇ ਜੇ ਗੱਲ ਕਰੀਏ ਇੰਗਲਿਸ਼ ਦੀ, ਇੰਗਲਿਸ਼ ਤਾਂ ਸਾਰੀ ਸੇਮ ਹੀ ਹੈ, ਉਹ ਚ ਕੋਈ ਇੰਗਲਿਸ਼ ਚੱਕਰ ਨਹੀਂ। ਬਸ ਇੱਕ ਵੇ ਹੁੰਦਾ ਇਹਨੂੰ ਆਇਲਸ ਨੂੰ ਕਰੈਕ ਕਰਨ ਦਾ, ਜਿਹੜਾ ਇੱਕ ਫਾਰਮੈਟ ਹੁੰਦਾ ਉਹ ਸਿੱਖਣਾ ਪੈਂਦਾ ਬਸ। ਤੇ ਇੱਕ ਪਰਸਪੈਕਟਿਵ ਮਾਈਂਡ ਸੈਟ ਇੱਕ ਚਾਹੀਦਾ। ਉਦਾਂ ਦਾ ਬਣਾਉਣਾ ਪੈਂਦਾ ਕਿ ਅਸੀਂ ਕਰ ਸਕਦੇ ਹਾਂ ਕਲੀਅਰ। ਇੱਕ ਫੋਕਸ ਮਾਈਂਡ ਚਾਹੀਦਾ ਹੁੰਦਾ ਇਹਦੇ ਕਰਨ ਲਈ। ਅੱਛਾ, ਇੱਕ ਦੱਸੋ, ਥੋੜਾ ਜਿਹਾ ਮੇਰੇ ਦਿਮਾਗ ਵਿੱਚ ਗੱਲ ਆਉਂਦੀ ਆ, ਯੂ نو ਕੀ ਜੋ ਹੁਣ ਤੁਸੀਂ ਵੇ ਦੀ ਗੱਲ ਕੀਤੀ ਹੈ, ਇੱਕ ਪਰਸਪੈਕਟਿਵ ਦੀ ਗੱਲ ਕੀਤੀ ਹੈ, ਕੀ ਕਦੀ ਇਹ ਸੋਚਿਆ ਜਦੋਂ ਤੁਸੀਂ ਪੇਪਰ ਦੇਣ ਵੀ ਗਏ ਸੀ ਕਿ ਸ਼ਾਇਦ ਐਗਜ਼ਾਮੀਨਰ ਇਦਾਂ ਦਾ ਪੇਪਰ ਪਾ ਸਕਦਾ ਹੈ, ਜਾਂ ਇਦਾਂ ਦਾ ਬਹੁਤ ਮੈਨੂੰ ਐਸੇ ਆ ਸਕਦਾ ਹੈ, ਆ ਬਹੁਤ, ਸਕਦਾ ਹੈ? ਕਿਉਂਕਿ ਪਹਿਲਾਂ ਤਾਂ ਮੈਨੂੰ ਕੋਈ ਚੱਕਰ ਨਹੀਂ, ਪਰ ਜਦੋਂ ਮੇਰਾ ਪੇਪਰ ਇੱਕ ਹਫਤੇ ਪਹਿਲਾਂ ਮੈਨੂੰ ਇਦਾਂ ਦੇ ਥੋਟਸ ਆਣੇ ਸ਼ੁਰੂ ਹੋ ਗਏ ਕਿ ਕੀ ਪਤਾ ਐਗਜ਼ਾਮੀਨਰ 10 ਟਾਈਮਸ ਹਾਰਡਰ ਪੇਪਰ ਪਾ ਦੇ, ਜਿੱਦਾਂ ਦੀ ਮੈਂ ਇੱਥੇ ਰੀਡਿੰਗ ਸੋਲਵ ਕਰਦਾ ਉਹ ਤੋਂ 10 ਗੁਣਾ ਜ਼ਿਆਦਾ ਹਾਈ ਲੈਵਲ ਦੀ ਆ ਜਾਵੇ। ਇਹ ਡਰ ਸੀਗਾ। ਪਰ ਜਦੋਂ ਮੈਂ ਉੱਥੇ ਜਾ ਕੇ ਪੇਪਰ ਦੇਣ ਲੱਗੇ, ਮੈਂ ਖੋਲ ਕੇ ਦੇਖੀ ਰੀਡਿੰਗ, ਤੇ ਦੇਖਿਆ ਸਾਰੇ ਕੁਐਸਚਨ ਟਾਈਪਸ ਵੀ ਉਹੀ ਨੇ, ਪੈਸੇਜ ਦੀ ਲੈਂਥ ਵੀ ਉਨੀ ਹੈ, ਤੇ ਜਿੱਦਾਂ ਕੈਂਬਰਿਜ ਦੇ ਮੈਂ ਪੈਸੇਜ ਸੋਲਵ ਕੀਤੇ ਸੀ ਸਾਰੇ, ਤੇ ਉਹ ਸਾਰੇ ਉਦਾਂ ਦੀ ਸੀਗੇ। ਪਰ ਮੈਂ ਫਿਰ ਉੱਥੇ ਜਾ ਕੇ ਕਾਮ ਹੋ ਗਿਆ ਕਿ ਮੈਂ ਹੋ ਗਿਆ, ਤਸੱਲੀ ਹੋ ਗਈ ਮੈਨੂੰ ਕਿ ਉਹੀ ਚੀਜ਼ ਆ, ਉਹ ਕੋਈ ਅਲੱਗ ਨਹੀਂ ਆਇਆ। ਫਿਰ ਅੱਛਾ, ਉਹ ਇਹ ਚੀਜ਼ ਤਾਂ ਨੇ ਹੋ ਮੈਨੂੰ ਗਈ ਬੜੀ ਮਦਦ ਕੀਤੀ। ਰੀਡਿੰਗ, ਇਹ ਤਾਂ ਹੋ ਗਈ ਰੀਡਿੰਗ। ਲੈਟਸ ਸੇ ਰਾਈਟਿੰਗ ਦੀ, ਇੱਕ ਲੈਟਸ ਸੇ ਕਦੀ ਲੱਗਾ ਹੋਵੇ ਵੀ ਪ੍ਰੈਡਿਕਸ਼ਨ ਵਗੈਰਾ ਲਾਈ ਹੋਵੇ ਮਨ ਦੇ ਵਿੱਚ ਕਿ ਯਾਰ ਇਦਾਂ ਦਾ ਐਸੇ ਆ ਸਕਦਾ, ਆ ਸਕਦਾ? ਆ ਸਕਦਾ, ਕਿਉਂਕਿ ਜਿੰਨੇ ਵੀ ਮੈਂ ਐਸੇ ਕੀਤੇ ਆ, ਤਿੰਨ ਚਾਰ ਮੇਨ ਕੈਟਾਗਰੀਜ਼ ਹੁੰਦੀ ਹੈ ਜਿਸ ਚੋਂ ਆਉਂਦੇ ਹੁੰਦੇ ਟੌਪਿਕ, ਅੱਗੇ ਫਰਦਰ ਟੌਪਿਕ ਆਉਂਦੇ ਹੁੰਦੇ ਜਿਸ ਚੋਂ। ਐਜੂਕੇਸ਼ਨ ਹੋ ਤੇ ਗਈ, ਬਸ ਹਾਂਜੀ ਸੋਸਾਇਟੀ ਹੋ ਹਾਂਜੀ, ਗਈ। ਸਾਇੰਸ ਹੋ ਗਈ, ਐਨੀਮਲ ਲਾਈਫ, ਵਾਈਲਡ ਲਾਈਫ ਹੋ ਗਈ, ਇਦਾਂ ਦੇ ਆਉਂਦੇ ਸੀ ਟੌਪਿਕ, ਤੇ ਉਦਾਂ ਦਾ ਹੀ ਆਇਆ ਮੈਨੂੰ ਪੇਪਰ 'ਚ, ਤੇ ਉੱਥੇ ਵੀ ਕੋਈ ਮੈਨੂੰ ਦਿੱਕਤ ਨਹੀਂ ਆਈ। ਕੀ ਏਦਾਂ ਏਦਾਂ ਵੀ ਕੀਤਾ, ਜਿੱਦਾਂ ਮੈਨੂੰ ਯਾਦ ਹੈ ਯੂ ਵਰ ਡੂਇੰਗ ਵਿਦ ਮਨਦੀਪ ਐਂਡ ਤੁਸੀਂ ਪਿਛਲੇ ਪੁਰਾਣੇ ਜੋ ਵੈਸੇ ਆਏ ਹੋਏ ਆ, ਉਹਨਾਂ ਨੂੰ ਯੂ ਵਰ ਡਿਸਕਸਿੰਗ ਇਟ, ਉਹ ਕਿਤੇ ਨਾ ਕਿਤੇ ਪ੍ਰੈਡਿਕਟ ਕਰਨ ਲਈ ਥੋੜਾ ਜਿਹਾ ਹੈਲਪਫੁਲ ਹੋਇਆ ਹਾਂਜੀ ਉਸ ਚੀਜ਼ ਬਿਲਕੁਲ ਨੂੰ? ਹੋਇਆ, ਕਿਉਂਕਿ ਮੈਂ ਇੱਕ ਮਹੀਨੇ ਦੇ ਵਿੱਚ ਸਾਰੇ ਟੌਪਿਕ ਕਵਰ ਕਰ ਲਏ ਸੀਗੇ ਜਿਹੜੇ ਮੇਨਲੀ ਆਉਂਦੇ ਆ।
ਬਸ ਪਿਛਲੇ ਉਹ 6 ਪੈਰਾਫਰੇਜ਼ ਮਹੀਨੇ ਦੀ ਕਰਕੇ। ਨਾ, ਆਈ ਹਾਂਜੀ, ਥਿੰਕ ਪਿਛਲੇ 6 ਮੰਥਸ ਦੇ ਤੁਸੀਂ ਨਹੀਂ ਐਸੇ ਨਹੀਂ ਪੂਰੇ 6 ਕਵਰ। ਮੰਥ ਓਨਲੀ 1 ਮੰਥ, ਜਦੋਂ ਅੱਛਾ, ਤੋਂ ਮੈਂ ਓਨਲੀ ਲੱਗਾ ਫॉर ਤੁਹਾਡੇ 1 ਤੋਂ मंथ। ਇੱਕ। ਨਹੀਂ ਹਾਂਜੀ ਨਹੀਂ, ਹਾਂਜੀ, ਕਿਉਂਕਿ ਜਿੱਦਾਂ ਮੈਂ ਕਹਿ ਰਿਹਾ ਕਿ ਜਿਹੜੇ ਜਿਹੜੇ ਪਿਛਲੇ 6 ਮਹੀਨੇ ਦੇ ਐਸੇ ਆ ਰਹੇ ਸੀਗੇ, ਤੁਸੀਂ ਉਹ ਹਮ, ਲਾਸਟ ਮਿੰਟਾਂ ਦੇ ਇੱਕ ਹਫਤੇ ਵਿੱਚ, ਮੈਨੂੰ ਯਾਦ ਹੈ ਯੂ ਵਰ ਡਿਸਕਸਿੰਗ ਦਿਸ ਥਿੰਗ ਵਿਦ ਮਨਦੀਪ ਕਿ ਮੈਂ ਪਿਛਲੇ 6 ਮਹੀਨੇ ਦੇ ਆ ਐਸੇ ਆਏ ਹੋਏ ਆ, ਇਹਦੇ ਵਿੱਚ ਆ ਇਹਦਾ ਦਾ ਆ ਸਕਦਾ, ਤੁਹਾਨੂੰ ਇੱਕ ਟ੍ਰੈਂਡ ਪਤਾ ਲੱਗ ਗਿਆ ਸੀਗਾ ਵੀ ਅਗਲਾ ਐਸੇ ਵੀ ਸ਼ਾਇਦ ਇਦਾਂ ਦਾ ਹੀ ਆਵੇ, ਹਨਾ? ਹਾਂ, ਬਲਕਿ ਉਹਨਾਂ ਚੋਂ ਹੀ ਇੱਕ ਐਸੇ ਆਇਆ ਸੀਗਾ, ਬਸ ਰੀਲੀ? ਪੈਰਾਫਰੇਜ਼ਿੰਗ ਕੀਤੀ ਹੁੰਦੀ ਸੀ। ਹਾਂਜੀ ਹਾਂਜੀ, ਮੈਂ ਇੱਕ, ਮੈਨੂੰ ਯਾਦ ਆ, ਮੈਨੂੰ ਆਇਆ ਸੀਗਾ ਟੌਪਿਕ, ਇਨ ਮੈਨੀ ਕੰਟਰੀਜ਼ ਫੈਸ਼ਨ ਇਜ਼ ਚੇਂਜਿੰਗ ਕਨਸਟੈਂਟਲੀ। ਤਾਂ ਹੂੰ ਮੈਂ ਕਲੋਥਸ ਬਾਰੇ ਕੀਤਾ ਸੀਗਾ ਟੌਪਿਕ, ਕਿ ਹੂੰ ਫੈਸ਼ਨ ਕਿੱਦਾਂ ਹੈਲਪ ਕਰਦਾ ਲੋਕਾਂ ਨੂੰ, ਐਡਵਾਂਟੇਜਸ ਡਿਸਐਡਵਾਂਟੇਜਸ ਪੜੇ ਸੀਗੇ। ਤੇ ਬਸ ਹੂੰ ਉੱਥੇ ਆਇਆ ਸੀਗਾ ਨੈਗੇਟਿਵ ਡਿਵੈਲਪਮੈਂਟ ਹੈ ਕਿ ਪੋਜ਼ਿਟਿਵ ਡਿਵੈਲਪਮੈਂਟ ਹੈ। ਤੇ ਬਸ ਮੈਂ ਉੱਥੇ ਜਿਹੜੇ ਡਿਸਐਡਵਾਂਟੇਜਸ ਤੇ ਉਹਨੂੰ ਪੈਰਾਫਰੇਜ਼ ਕਰਕੇ ਲਿਖਤਾ ਸੀਗਾ ਨੈਗੇਟਿਵ ਹੂੰ। ਡਿਵੈਲਪਮੈਂਟ ਦੇ ਵਿੱਚ। ਤੇ ਸੋ ਆਈ ਬਸ ਥਿੰਕ ਉਹਨਾਂ ਨੇ ਮੈਨੂੰ ਮਦਦ ਕੀਤੀ, ਪੁਆਇੰਟਸ ਨੇ। ਤੇ ਸੋ ਉਹੀ ਆਈ ਥਿੰਕ ਇਦਾਂ ਇਦਾਂ ਪ੍ਰੈਡਿਕਸ਼ਨ ਲਾਉਣੀ ਸੌਖੀ ਹੋਗੀ ਫਿਰ। ਹਾਂਜੀ ਹਾਂਜੀ। ਦੈਟਸ ਗੁੱਡ, ਦੈਟਸ ਵੈਰੀ ਗੁੱਡ। ਅੱਛਾ, ਲੈ ਹੁਣ ਇਦਾਂ ਕਰਦੇ ਹਾਂ, ਥੋੜਾ ਡਿਟੇਲ ਕਰਦੇ ਹਾਂ ਪ੍ਰੈਪਰੇਸ਼ਨ। ਵਾਟ ਵਾਸ ਹਮ, ਯੂਰ ਅਪਰੋਚ ਟੁਵਰਡਸ ਰੀਡਿੰਗ ਮੋਡਿਊਲ ਨੂੰ ਕਿਸ ਢੰਗ ਦੇ ਨਾਲ ਕਰ ਦਿੰਦੇ ਸੀਗੇ? ਕੀ ਤੁਸੀਂ ਇਕੱਠੇ ਹੀ ਤਿੰਨ ਤਿੰਨ ਪੈਸੇਜ ਕਰਦੇ ਸੀਗੇ, ਕਿ ਇਕੱਠੇ ਹੀ ਦੋ ਦੋ ਰੀਡਿੰਗਸ ਕਰਦੇ ਸੀਗੇ, ਕਿ ਦਿਨ ਦੀ ਇੱਕ ਰੀਡਿੰਗ ਕਰਦੇ ਸੀਗੇ? ਕੀ ਰੀਡਿੰਗ ਨੇ ਐਂਡ 'ਚ ਦਿਮਾਗ ਵੀ ਖਰਾਬ ਕੀਤਾ ਹੈ, ਜਿਵੇਂ ਬੱਚਿਆਂ ਦਾ ਕਰਦਾ ਆ? ਵਾਟ ਇਜ਼ ਯੂਰ ਟੇਕ ਔਨ ਦਿਸ? ਰੀਡਿੰਗ ਨੇ ਦਿਮਾਗ ਤਾਂ ਬਹੁਤ ਖਰਾਬ ਕੀਤਾ ਮੇਰਾ ਵੀ, ਪਰ ਮੈਂ ਉੱਤੇ ਮੈਂ ਉਹਨੂੰ ਕੀਤਾ, ਉਹਦਾ ਸੋਲੂਸ਼ਨ ਫਾਈਂਡ ਕੀਤਾ। ਮੈਂ ਹਾਂ ਸ਼ੁਰੂਆਤ ਚ ਪਹਿਲਾਂ ਪਹਿਲਾਂ ਤਿੰਨੋਂ ਪੈਸੇਜ ਕੀਤੇ ਇੱਕ ਟਾਈਮ ਤੇ, ਪਰ ਮੈਂ ਹਾਂ। ਟਾਈਮ ਲਿਮਿਟ ਕੋਈ ਨਹੀਂ ਰੱਖੀ ਸੀ ਆਪਣੀ, ਕਿ ਚਾਹੇ ਮੈਨੂੰ ਅੱਛਾ। 2 ਘੰਟੇ ਲੱਗਣ ਭਾਵੇਂ 2.5 ਘੰਟੇ ਲੱਗਣ, ਮੈਂ 3 ਪੈਸੇਜ ਕਰਨੇ ਕਰਨੇ ਪੂਰੇ। ਫਿਰ ਹੂੰ ਜਦੋਂ ਮੈਂ ਆਪਣੀ ਸਪੀਡ, ਇੱਕ ਕਾਂਸਟੈਂਟ ਸਪੀਡ ਫੜ ਲਈ ਰੀਡਿੰਗ ਦੀ, ਫਿਰ ਮੈਂ ਉਹਦੇ ਹੂੰ ਵਿੱਚ ਟਾਈਮ ਮੈਨੇਜਮੈਂਟ ਕੀਤੀ ਆਪਣੀ, ਕਿ ਜਿੱਦਾਂ ਹੁਣ ਹੂੰ ਮੇਰੇ 3 ਪੈਸੇਜ ਮੰਨ ਲਓ 1.5 ਘੰਟੇ ਚ ਹੋ ਰਿਹਾ, ਮੈਂ ਉਹਨਾਂ ਨੂੰ ਹੂੰ। 1/4 ਘੰਟੇ ਚ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਓਕੇ। ਉਤੋਂ ਉਤੋਂ ਹੌਲੀ ਹੌਲੀ ਕਰਕੇ 1 ਘੰਟੇ ਚ ਸੋਲਵ ਕਰਨ ਦੀ ਲੋੜ ਕੀਤੀ, ਕੋਸ਼ਿਸ਼ ਹੂੰ। ਕੀਤੀ। ਫਿਰ ਆਂਦੇ ਆਂਦੇ ਐਂਡ ਤੱਕ ਮੈਂ ਕੋਸ਼ਿਸ਼ ਕੀਤੀ ਕਿ ਮੈਂ ਆਪਣੇ 50 ਮਿੰਟਸ ਦੇ ਵਿੱਚ 3 ਪੈਸੇਜ ਕਰ ਲਾਂ ਪੂਰੇ। ਤੇ ਮਤਲਬ ਕਹਿਣ ਐਂਡ ਦਾ ਦੇ ਮੋਟਿਵ 10 ਕੀ ਮਿੰਟਸ ਹੈ? ਹਾਂਜੀ ਹਾਂ, ਹਾਂਜੀ। ਤੁਸੀਂ ਜਦੋਂ ਆਪਣਾ ਸ਼ੁਰੂ ਕੀਤੀ ਹਮ, ਪ੍ਰੈਪਰੇਸ਼ਨ, ਤੁਸੀਂ ਟਾਈਮ ਹਮ, ਲਿਮਿਟ ਨਹੀਂ ਲਾਈ ਰੀਡਿੰਗ ਨੂੰ ਲੈ ਕੇ, ਨਹੀਂ ਲਾਈ ਯੂ ਕੋਈ ਵਰ ਨਹੀਂ। ਸੋਲਵਿੰਗ 3 ਪੈਸੇजेस ਇਨ ਅਰਾਊਂਡ 1.5 ਘੰਟਾ ਨਾ? ਫਿਰ ਡੇਢ ਹੌਲੀ ਦੋ ਹੌਲੀ ਘੰਟੇ ਵੀ ਲੱਗਦੇ ਸੀ। ਹਾਂ 2 ਘੰਟੇ ਵੀ ਲੱਗਦੇ ਸੀਗੇ, ਕਿਉਂਕਿ ਮੈਨੂੰ ਹਾਂਜੀ ਯਾਦ ਹਾਂਜੀ ਉਹਦੇ ਕੋਲ ਕਿਹਾ ਸੀਗਾ 2 ਘੰਟੇ ਵਿੱਚ ਪੈਸੇ। ਫਿਰ ਦੈਨ ਵਿਦ ਪ੍ਰੈਕਟਿਸ ਉਹ ਟਾਈਮ ਘਟਦਾ ਗਿਆ ਐਂਡ ਤੁਸੀਂ ਫਿਰ ਹਾਂਜੀ ਇੱਕ ਹਾਂਜੀ। ਘੰਟੇ ਵਿੱਚ ਹਮ, ਤੁਸੀਂ ਕਰਦੇ ਰਹੇ। ਦਿਸ ਇਜ਼ ਅ ਗੁੱਡ ਮੇਰੀ ਅਪਰੋਚ, ਸਪੀਡ ਇਹ ਵੈਸੇ ਵਧੀਆ। ਸਪੀਡ ਵੱਧਦੀ ਵੀ ਮੇਰੀ, ਤੇ ਹੂੰ ਸਪੀਡ ਵੱਧਦੀ ਗਈ ਮੇਰੀ, ਤੇ ਟਾਈਮ ਘਟਦਾ ਰਿਹਾ। ਦੈਟਸ ਵੈਰੀ ਗੁੱਡ, ਬਹੁਤ ਵਧੀਆ। ਅੱਛਾ, ਰੀਡਿੰਗ ਦੀ ਜਿਹੜੀ ਪ੍ਰੈਪਰੇਸ਼ਨ ਕੀਤੀ ਹੈ ਤੁਸੀਂ, ਰੀਡਿੰਗ ਦੇ ਜੋ ਪੈਸੇजेस ਸੋਲਵ ਕੀਤੇ ਆ, ਉਹ ਤੁਸੀਂ ਕੈਂਬਰਿਜ ਤੋਂ ਹੀ ਕੀਤਾ ਔਰ ਯੂ ਫੋਲੋਡ ਸਮਥਿੰਗ ਹਾਂਜੀ, ਐਲਸ? ਬਿਲਕੁਲ ਕੈਂਬਰਿਜ ਤੋਂ ਕੀਤੇ ਆ, ਕਿਉਂਕਿ ਜਦ ਪਤਾ ਕਿ ਕੈਂਬਰਿਜ ਵੱਲੋਂ ਹੀ ਆਣਾ, ਤਾਂ ਫਿਰ ਕੈਂਬਰਿਜ ਦੀ ਹੀ ਕਰੀਏ, ਕਿਉਂ ਹੋਰ ਕੋਈ ਰੀਡਿੰਗ ਸੋਲਵ ਕਰਨ ਦਾ ਕੋਈ ਫਾਇਦਾ ਨਹੀਂ ਪੈਂਦਾ। ਮਤਲਬ ਤੇ ਇਦਾਂ ਤਾਂ ਨਹੀਂ ਸੇਮ ਕਿਤੋਂ ਪੈਟਰਨ ਵੀ ਉਹੀ ਆਇਆ ਸੀਗਾ ਕਿਸੇ, ਮੈਨੂੰ। ਹਾਂ ਕਿਸੇ ਕਿਸੇ ਵੈਬਸਾਈਟ ਤੋਂ ਕਿਤੋਂ ਕੁਛ ਇਦਾਂ ਦਾ ਕੁਛ ਨਹੀਂ ਨਹੀਂ, ਮਟੀਰੀਅਲ ਤਾਂ ਨਹੀਂ ਕੀਤਾ ਕੁਛ ਸੋਲਵ? ਕੁਛ ਨਹੀਂ ਕੁਛ ਨਹੀਂ, ਹਾਂ, ਨਥਿੰਗ। ਦੈਟਸ ਵੈਰੀ ਗੁੱਡ, ਵਧੀਆ ਲੱਗਾ। ਕਿਉਂਕਿ ਇਹ ਚੀਜ਼ ਬੱਚਿਆਂ 'ਚ ਬਹੁਤ ਘੱਟ ਹੈ। ਦੇ ਆਰ ਨਾਟ ਅੰਡਰਸਟੈਂਡਿੰਗ ਕਿ ਪੇਪਰ ਅਗਰ ਕੈਂਬਰਿਜ ਨੇ ਪਾਉਣਾ ਤੇ ਕੈਂਬਰਿਜ ਤੇ ਹੀ ਮੌਕ ਟੈਸਟ ਹਾਂਜੀ। ਸੋਲਵ ਕਰਨੇ ਚਾਹੀਦੇ ਆ, ਜੋ ਕਿ ਅਰਾਊਂਡ 17 ਬੁੱਕਸ ਹੈਗੀਆਂ ਨੇ। ਇਹ ਹੈ ਗੱਲ ਤੇ ਬਾਤ, ਗੁੱਡ ਗੁੱਡ। ਅੱਛਾ, ਰੀਡਿੰਗ ਤੋਂ ਬਾਅਦ ਜਦੋਂ ਤੁਸੀਂ ਰੀਡਿੰਗ ਕਰ ਲਈ, ਉਸ ਤੋਂ ਬਾਅਦ ਲੈਟਸ ਟਾਕ ਅਬਾਊਟ ਯੋਰ ਰਾਈਟਿੰਗ ਮੋਡਿਊਲ। ਰਾਈਟਿੰਗ ਨੂੰ ਲੈ ਕੇ ਕੀ ਕੀ ਸੀਗਾ ਤੁਹਾਡਾ ਪਲਾਨ? ਕਿੱਦਾਂ ਚੱਲਦੀ ਸੀਗੀ ਰਾਈਟਿੰਗ? ਵਰ ਯੂ ਫੋਕਸ ਮੋਰ ਔਨ ਦਾ ਫਾਰਮੈਟ ਔਰ ਔਨ ਦਾ ਆਈਡੀਆਜ਼, ਔਰ ਯੂ ਆਰ ਹੈਵਿੰਗ ਅ ਬੈਲੈਂਸਡ ਅਪਰੋਚ? ਕਿੱਦਾਂ ਸੀਗਾ ਤੁਹਾਡਾ? ਆਈ ਮੇਡ ਅ ਬੈਲੈਂਸਡ ਅਪਰੋਚ, ਬਿਕੋਜ਼ ਤੇ ਹੂੰ ਇੱਕ ਗੱਲ ਹੋਰ, ਕਿ ਮੈਂ ਜਿੰਨਾ ਵੀ ਕੰਟੈਂਟ ਲਿਖਦਾ ਸੀ ਰਾਈਟਿੰਗ 'ਚ, ਉਹ ਆਪਣੀ ਰੀਅਲ ਲਾਈਫ 'ਚ ਲਿਖਦਾ ਸੀਗਾ, ਕੋਈ ਵੀ ਮੈਂ ਇਮੈਜੀਨੇਸ਼ਨ ਨਹੀਂ ਲਿਖਦਾ ਵਾਓ, ਸੀਗਾ। ਕਿਉਂ ਬਿਲਕੁਲ। ਕਿਤੇ ਨਾ ਹੂੰ ਕਿਤੇ ਇਮੈਜੀਨੇਟਿਵ ਕੰਟੈਂਟ ਕੰਟਰਡਿਕਟ ਕਰ ਜਾਂਦਾ BP1 ਤੇ BP2 'ਚ। ਤੇ ਉਹ ਦਿੱਕਤ ਆਉਂਦੀ ਸੀ ਸ਼ੁਰੂ ਸ਼ੁਰੂ 'ਚ। ਮੈਂ ਟਰਾਈ ਕੀਤਾ ਸੀ ਇਮੈਜੀਨੇਸ਼ਨ ਨੂੰ ਯੂਜ਼ ਕਰਨ ਦੀ, ਪਰ ਉਹ ਗੱਲ ਬਣੀ ਨਹੀਂ ਮੇਰੇ ਨਾਲ। ਫਿਰ ਮੈਂ ਸੋਚਿਆ ਕਿ ਆਪਣੇ ਰੀਅਲ ਲਾਈਫ ਤੋਂ ਹੀ ਕਰਾਂ ਕੰਟੈਂਟ ਲਿਖਾਂ। ਤੇ ਜਿੱਦਾਂ ਜਿੱਦਾਂ ਮੈਂ ਰੀਅਲ ਲਾਈਫ ਤੋਂ ਕਰਦਾ ਰਿਹਾ, ਫੋਲੋ ਕਰਦਾ ਰਿਹਾ, ਮੇਰੇ ਆਈਡੀਆਜ਼ ਵੀ ਡਿਵੈਲਪ ਹੁੰਦੇ ਇਹਨੂੰ ਰਹੇ, ਮੇਰੇ ਆਈਡੀਆਜ਼ ਬੈਟਰ ਹੁੰਦੇ ਰਹੇ। ਥੋੜਾ ਜਿਹਾ ਨਾ ਗੌਰਵ, ਇਹਦਾ ਕਰ ਥੋੜਾ ਨਾ ਹੋਰ ਐਲੈਬੋਰੇਟ ਕਰ, ਇਹ ਗੱਲ ਵਾਕਈ ਬਹੁਤ ਸੀਰੀਅਸ ਤੂੰ ਕਰ ਰਿਹਾ। ਹਾਂਜੀ ਯੂ ਹਾਂਜੀ। ਸੈਡ ਕਿ ਰੀਅਲ ਲਾਈਫ ਦੇ ਵਿੱਚੋਂ ਕੰਟੈਂਟ ਚੱਕ ਕੇ ਯੂ ਵਰ ਐਡਿੰਗ ਇਨ ਦਾ ਐਸੇਸ ਐਂਡ ਆਲ, ਐਂਡ ਹਮ, ਇਮੇਜਿਨਰੀ ਕਿੱਦਾਂ ਕੰਟਰਡਿਕਟ ਕਰਦਾ ਹੈ? ਥੋੜਾ ਐਲੈਬੋਰੇਟ ਕਰ, ਅਗਰ ਐਗਜ਼ਾਮਪਲ ਨਾ ਕਰ ਸਕੇ ਤਾਂ। ਕਿਉਂਕਿ ਸਰ ਜਿੱਦਾਂ ਆਪਾਂ ਦੇਖੀਏ ਕਿ ਆਪਾਂ ਨੂੰ BP1 ਤੇ BP2 ਦਾ ਸਾਡਾ ਵਿਊ ਅਲੱਗ ਹੁੰਦਾ, ਆਪਾਂ ਨੂੰ ਹੋਰ ਹੂੰ ਕੰਟੈਂਟ ਲਿਖਣਾ ਪੈਂਦਾ, ਡਿਫਰੈਂਟ ਕੰਟੈਂਟ ਲਿਖਣਾ ਪੈਂਦਾ। ਤੇ ਜਿੱਦਾਂ ਹੂੰ ਆਪਾਂ ਪਹਿਲੇ BP1 ਚ ਜਿੱਦਾਂ ਮੰਨ ਲਓ ਆਪਾਂ ਲਿਖਿਆ ਕਿ ਕਿਸੇ ਚੀਜ਼ ਦੇ ਕੌਨਸੀਕੁਐਂਸਿਸ ਕਿੱਦਾਂ ਹੁੰਦੇ ਨੇ, ਤੇ ਆਪਾਂ ਹੂੰ ਉਹ ਕਰਦੇ ਕਰਦੇ ਥੱਲੇ ਉਹਨਾਂ ਦੇ ਜਿਹਨੇ ਕੌਨਸੀਕੁਐਂਸਿਸ ਕਿੱਦਾਂ ਹੁੰਦੇ ਨੇ, ਤੇ ਹੂੰ ਕੀ ਫਰਕ ਪੈਂਦਾ ਉਹਨਾਂ ਨਾਲ, ਉਹ ਚ ਕੰਟਰਡਿਕਟ ਹੋ ਜਾਂਦਾ ਬੰਦਾ। ਕਿਉਂਕਿ ਕਈ ਵਾਰ ਇਮੇਜਿਨੇਸ਼ਨ ਇੰਨਾ ਨਹੀਂ ਕੰਮ ਕਰ ਪੈਂਦੀ ਕਿ ਆਪਾਂ ਹੂੰ ਮਤਲਬ ਪੂਰਾ ਮਤਲਬ ਉਹਨੂੰ ਇਮੇਜਿਨ ਕਰ ਸਕੀਏ ਇੰਨਾ ਰਾਈਟ ਵੇ ਦੇ ਵਿੱਚ।
ਤੇ ਜਿੱਦਾਂ ਆਪਾਂ ਮੰਨ ਲਓ, ਅਗਰ ਮੈਂ ਮੰਨਦਾ ਕਿ ਜਿੰਨਾ ਆਇਲਸ ਦਾ ਪੇਪਰ ਯੂਜੂਅਲੀ ਬੱਚੇ 18-19 ਸਾਲ ਦੀ ਉਮਰ 'ਚ ਦਿੰਦੇ ਆ ਪੇਪਰ, ਤੇ ਬਿਲਕੁਲ ਇੰਨਾ ਕੁ ਐਕਸਪੀਰੀਅੰਸ ਸਾਰਿਆਂ ਕੋਲ ਹੁੰਦਾ ਕਿ ਆਪਣੇ ਰੀਅਲ ਲਾਈਫ 'ਚ ਕੰਟੈਂਟ ਲਿਖ ਸਕਣ, ਇੰਨਾ ਕੁ ਹੁੰਦਾ ਸਾਰਿਆਂ ਕੋਲ। ਤੇ ਬਸ ਇਹੀ ਮੈਂ ਚੀਜ਼ ਨੂੰ ਫੋਲੋ ਕੀਤੀ। ਮੈਂ ਉਹਦਾ ਵੀ ਐਕਸਪੀਰੀਅੰਸ ਆਪਣਾ ਯੂਜ਼ ਕੀਤਾ, ਆਪਣੇ ਲੋਕ ਫਰੈਂਡਸ ਨਾਲ ਸ਼ੇਅਰ ਕੀਤਾ ਇੰਸਟੀਚਿਊਟ ਤੇ, ਕਿ ਕੁਝ ਉਹਨਾਂ ਦੀ ਵਿਊਜ਼ ਲਿੱਤੇ, ਕੁਝ ਆਪਣੇ ਲਿੱਤੇ, ਉਹਨਾਂ ਨੂੰ ਦੋਨਾਂ ਨੂੰ ਕੰਬਾਈਨ ਕਰਕੇ ਮੈਂ ਆਪਣਾ ਇੱਕ ਨया ਵਿਊ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ। ਬਸ ਇਹ ਚੀਜ਼ ਨੇ ਮੈਨੂੰ ਰਾਈਟਿੰਗ 'ਚ ਬੜਾ ਹੈਲਪ ਕੀਤਾ। ਇਹ ਚੀਜ਼ ਬਹੁਤ ਇੰਪੋਰਟੈਂਟ ਹੈ, ਕਾਫੀ ਇੰਪੋਰਟੈਂਟ ਹੈ। ਈਵਨ ਆਈ ਥਿੰਕ ਐਵਰੀਬਡੀ ਸ਼ੁਡ ਲਿਸਨ ਟੂ ਦਿਸ। ਬੱਚਾ ਇਹ ਬਹੁਤ ਇੰਪੋਰਟੈਂਟ ਹੈ, ਨਹੀਂ ਸੁਣੇ ਤੇ ਡਿਫਾਈਨ ਕਰਕੇ ਸੁਣ ਲਓ ਦੈਟ ਕਿ ਤੁਸੀਂ ਜਦੋਂ ਤੱਕ ਐਸੇ ਐਂਡ ਈਵਨ ਸਪੀਕਿੰਗ ਦੇ ਵਿੱਚ ਵੀ ਅਗਰ ਸਪੀਕਿੰਗ ਤੁਸੀਂ ਵਿੱਚ ਆਪਣੇ ਡੇਲੀ ਰੂਟੀਨ ਦਾ ਐਕਸਪੀਰੀਅੰਸ ਨਹੀਂ ਲਿਖਦੇ ਤੇ ਤੁਸੀਂ ਨਾ ਇੱਕ ਟਰੈਪ 'ਚ ਫਸ ਜਾਂਦੇ ਹੋ। ਉਹ ਟਰੈਪ ਕੀ ਹੈ ਕਿ ਬੱਚਾ ਫਿਰ ਇਮੇਜਿਨੇਸ਼ਨ ਆਪਣੀ ਯੂਜ਼ ਕਰਦਾ ਹੈ। ਹੁਣ ਹਰ ਬੰਦਾ ਇਮੇਜਿਨੇਸ਼ਨ ਨਹੀਂ ਯੂਜ਼ ਕਰ ਸਕਦਾ, ਫਿਰ ਉਹ ਜਾਂਦਾ ਕਿੱਥੇ ਆ, ਫਿਰ ਉਹ ਜਾਂਦਾ ਰੱਟੇਬਾਜ਼ੀ ਵਿੱਚ, ਕ੍ਰੈਮਿੰਗ ਕਰਦਾ। ਹੁਣ ਕ੍ਰੈਮਿੰਗ ਵਿੱਚ ਕਦੀ ਕਦੀ ਚੀਜ਼ ਭੁੱਲ ਵੀ ਜਾਂਦੀ ਹੈ ਤੇ ਐਂਡ ਆਫ ਦਾ ਡੇ ਫਿਰ ਰਾਈਟਿੰਗ 'ਚ ਫਿਰ ਸਾਡੇ ਪੰਜ ਰਹਿ ਜਾਂਦੇ ਆ। ਸੋ ਮੈਨੂੰ ਲੱਗਦਾ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਗੌਰਵ ਕਹਿ ਰਿਹਾ, ਦੈਟ ਹਰ ਜੋ ਵੀ ਇੱਕ ਤੁਹਾਡਾ ਪੇਪਰ ਹੈਗਾ ਜਿਹਦੇ ਵਿੱਚ ਤੁਹਾਡੇ ਵਿਊਜ਼ ਯੂਜ਼ ਹੋਣੇ ਆ, ਉਹਨੂੰ ਥੋੜਾ ਜਿਹਾ ਆਪਣੇ ਐਕਸਪੀਰੀਅੰਸ ਤੋਂ, ਆਪਣੇ ਫਰੈਂਡਸ ਐਕਸਪੀਰੀਅੰਸ ਤੋਂ ਲਿਖਣ ਦੀ ਕੋਸ਼ਿਸ਼ ਕਰੋ। ਇਟ ਵਿਲ ਗਿਵ ਅ ਗ੍ਰੇਟ ਬੂਸਟ। ਬਹੁਤ ਵਧੀਆ, ਬਹੁਤ ਵਧੀਆ। ਅੱਛਾ, ਹੁਣ ਦੱਸੋ ਕੋਈ ਤੁਹਾਡੀ ਵੋਕੈਬਲਰੀ ਜਾਂ ਕੋਈ ਇਦਾਂ ਦੀ ਕੋਈ ਚੀਜ਼ ਅਗਰ ਯਾਦ ਵਗੈਰਾ ਕੀਤੀ ਕਿ ਤੁਸੀਂ ਨਾਰਮਲ ਹੀ ਆਪਣਾ ਲਿਖਦੇ ਸੀਗੇ? ਵਾਟ ਇਜ਼ ਯੂਰ ਅਪਰੋਚ ਇਹ ਟੁਵਰਡਸ ਇਟ? ਮੈਂ ਨਾਰਮਲੀ ਲਿਖਦਾ ਸੀ, ਕਿਉਂਕਿ ਮੇਰੀ ਵੋਕੈਬਲਰੀ ਇੰਨੀ ਵਧੀਆ ਸੀਗੀ। ਕਿਉਂਕਿ ਮੈਂ ਦੱਸਿਆ ਤੁਹਾਨੂੰ, ਜਿੱਦਾਂ ਮੇਰੇ ਸ਼ੁਰੂ ਤੋਂ ਮੈਨੂੰ ਇੰਗਲਿਸ਼ ਦੇ ਵਿੱਚ ਇੰਟਰਸਟ ਸੀਗਾ, ਤੇ ਪਲੱਸ 2 ਤੱਕ ਆਉਂਦੇ ਆਉਂਦੇ ਮੇਰੀ ਵੋਕੈਬਲਰੀ ਜਿੰਨੀ ਕੁ ਜ਼ਰੂਰਤ ਹੈ ਉਨੀ ਵਧੀਆ ਬਣ ਚੁੱਕੀ ਸੀ, ਉਨਾ ਕੁ ਬੇਸ ਬਣ ਚੁੱਕਾ ਸੀ। ਕਿਉਂਕਿ ਜਿਹੜੇ ਡੇਲੀ ਰੂਟੀਨ ਦੇ ਵਰਡਸ ਹੁੰਦੇ ਆ, ਉਹਨਾਂ ਦੇ ਮੈਨੂੰ ਇੱਕ ਇੱਕ ਦੋ ਦੋ ਸਿਨੋਨਿਮਸ ਪਤਾ ਸੀਗੇ, ਤੇ ਉਹ ਕੋਈ ਚੱਕਰ ਨਹੀਂ ਹੈ ਮੈਨੂੰ ਵੋਕੈਬਲਰੀ 'ਚ। ਪਰ ਅਗਰ ਗੁੱਡ। ਕਿਸੇ ਨੇ ਵੋਕੈਬਲਰੀ ਇੰਪਰੂਵ ਕਰਨੀ ਹੈ, ਤੇ ਉਹ ਡੇਲੀ ਦੇ 5 ਤੋਂ 6 ਵਰਡਸ ਯਾਦ ਕਰ ਸਕਦਾ, ਤੇ ਇਹ ਅਗਰ ਤੋਂ ਇੱਕ ਜ਼ਿਆਦਾ ਮਹੀਨੇ ਨਹੀਂ ਦੇ ਵੀ ਕਰਨਾ ਕਰੇ ਚਾਹੀਦਾ। ਤਾਂ ਹਾਂਜੀ 5-6 ਬਹੁਤ ਹੁੰਦੇ ਆ। ਬੰਚੇ ਕਿਉਂਕਿ ਬਹੁਤ ਮਹੀਨੇ ਹੁੰਦੇ ਆ। ਜਿਹੜੇ ਜਿਹੜੇ ਬੰਦਾ ਕਿ ਮਤਲਬ ਬਾਰ-ਬਾਰ ਪੜਨ ਨੂੰ ਮਿਲਣ ਕੰਟੈਂਟ, ਜਿਹੜੇ ਐਸੇ ਆਉਂਦੇ ਆ ਰੀਡਿੰਗ 'ਚ, ਜਿਹੜੇ ਵਰਡਸ ਬਾਰ-ਬਾਰ ਪੜਨ ਨੂੰ ਗੁੱਡ ਮਿਲਦੇ ਆ, ਗੁੱਡ ਗੁੱਡ ਉਹਨਾਂ ਗੁੱਡ ਦੇ ਗੁੱਡ। ਨੀਅਰ ਅਬਾਊਟ 100 ਵਰਡਸ ਬਹੁਤ ਹੁੰਦੇ ਆ ਮਤਲਬ ਯਾਦ ਜ਼ਿਆਦਾ ਕਰਨ। ਨਹੀਂ ਕਰਨਾ ਚਾਹੀਦਾ, ਰੋਜ਼ ਦੇ 5 ਵਰਡ ਕਰ ਲਓ ਤਾਂ ਵੀ ਰੋਜ਼ ਬਹੁਤ 5 ਬਣਦੇ ਕਰ ਆ। ਮੇਰੀ ਗੱਲ ਸੁਣ, ਬਹੁਤ ਬਣਦੇ ਆ 5 ਕਰ ਲੈ, ਮਹੀਨੇ ਦੇ 3 ਵਿੱਚ ਗੁਣਾ 150 ਬਣ ਜਾਂਦਾ ਆਈ ਗੈਸ। 150 150 ਵਰਡ ਬਣ ਵਰਡ ਕੇ। ਹਾਂਜੀ ਹਾਂਜੀ, ਇਟ ਇਜ਼ ਸਫੀਸ਼ੀਐਂਟ ਹੈ, ਬਹੁਤ ਹੈ। ਬਹੁਤ ਬਹੁਤ ਹੁੰਦੇ। ਅੱਛਾ, ਹੁਣ ਗੌਰਵ ਤੇ ਥੋੜਾ ਜਿਹਾ ਪੁਛਾਉਣ ਲੱਗਾ ਮੈਂ, ਹੁਣ ਦੱਸ ਹੈਂਡ ਰਾਈਟਿੰਗ ਬਾਰੇ ਕੀ ਖਿਆਲ ਹੈ ਤੇਰੇ? ਅਹ ਮੈਂ ਹੈਂਡ ਰਾਈਟਿੰਗ ਓ ਮੇਰੀ ਬਾਬੂ, ਅਗਰ ਜੇ ਵਧੀਆ ਹੁੰਦੀ ਤਾਂ ਮੇਰੇ 7 ਬੈਂਡ ਆ ਸਕਦੇ ਸੀ ਰਾਈਟਿੰਗ 'ਚ, ਜੇ ਆਏ ਮੇਰੀ ਹੈਂਡ ਕਿਆ ਰਾਈਟਿੰਗ ਵਧੀਆ ਬਾਤ। ਹੁੰਦੀ ਤਾਂ। ਇਹ ਗੱਲ ਤੇ ਇਹ ਮੈਂ ਗੱਲ ਬਿਲਕੁਲ ਸਹੀ ਬੋਲ ਰਿਹਾ, ਮੈਂ ਜਾਣ ਕੇ ਇਹਨੂੰ ਫਸਾ ਰਿਹਾ ਦੈਟ ਇਹ ਮੁੰਡੇ ਦੀ ਰਾਈਟਿੰਗ ਬਹੁਤ ਚੰਗੀ ਹੈ। ਬਟ ਇਹਨੂੰ ਇੱਕ ਗੱਲ ਕਹੀ ਗਈ ਸੀ ਕਿ ਬੇਟਾ ਚੰਗੀ ਤਾਂ ਆ ਜੇ ਅਗਲੇ ਬੰਦੇ ਨੂੰ ਸਮਝ ਲੱਗ ਗਈ। ਜੇ ਤੇਰਾ ਲਿਖਿਆ ਨਾ ਸਮਝ ਲੱਗਾ, ਉਹਨੇ ਤੈਨੂੰ ਬੈਂਡ ਘੱਟ ਲਾਉਣੇ ਆ, ਹੈਨਾ? ਤੇ ਮੈਂ ਪਹਿਲਾਂ ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਇੰਸਟੀਚਿਊਟ ਤੇ, ਮੈਂ ਸੋਚਦਾ ਸੀ ਚਲੋ ਕੋਈ ਨਾ ਇੱਥੇ ਲੋੜ ਨਹੀਂ, ਉੱਥੇ ਜਾ ਕੇ ਕਰ ਲਾਂਗੇ ਵਧੀਆ ਹੈਂਡ ਰਾਈਟਿੰਗ। ਪਰ ਉੱਥੇ ਉੱਥੇ ਟਾਈਮ ਦਾ ਪਤਾ ਹੀ ਨਹੀਂ ਲੱਗਿਆ, 1 ਘੰਟਾ ਕਿੱਦਾਂ ਨਿਕਲ ਗਿਆ। ਅਹ ਉਹ ਮੈਨੂੰ ਤਾਂ ਪ੍ਰੂਫ ਰੀਡਿੰਗ ਦਾ ਵੀ ਟਾਈਮ ਨਹੀਂ ਮਿਲਿਆ ਉੱਥੇ ਜਾ ਕੇ। ਰੀਅਲੀ? ਪੂਰਾ ਪੂਰਾ ਟਾਈਮ ਰੀਅਲੀ ਬਿਲਕੁਲ ਟਾਈਮ ਨਹੀਂ ਮਿਲਿਆ। ਮੇਰੇ ਕੋਲ ਆਖਿਰ 30 ਸੈਕਿੰਡਸ ਬਚੇ ਸੀਗੇ, ਤੇ ਉਹ ਚ ਵੀ ਪਤਾ ਨਹੀਂ ਉਹਨਾਂ ਨੇ ਕਿਹਾ ਕਿ ਕੁਝ ਉਹ ਸ਼ੀਟ ਦੇ ਉੱਤੇ ਲਿਖਿਆ ਹੁੰਦਾ ਨਾ 1 ਆਫ 2 ਜਾਂ 2 ਆਫ 2 ਲਿਖਣਾ ਹੁੰਦਾ, ਉਹ ਮੇਰੇ 30 ਸੈਕਿੰਡ ਸੋਚ ਚ ਨਿਕਲ ਗਏ। ਤੇ ਮੈਨੂੰ ਜਮਾ 1 ਮਿੰਟ ਵੀ ਨਹੀਂ ਮਿਲਿਆ ਪ੍ਰੂਫ ਰੀਡਿੰਗ ਕਰਨ ਦਾ, ਨਾ ਟਾਸਕ 1 ਚ ਨਾ ਟਾਸਕ 2 ਚ। ਸੋ ਮੈਂ ਇਹ ਤੇ ਚੀਜ਼ ਬਸ ਥੋੜਾ ਜਿਹਾ, ਹਾਂ, ਇਹ ਥੋੜੀ ਜਿਹੀ ਪਲੀਜ਼ ਇਹਨੂੰ ਸੁਣ ਲਓ, ਇਹ ਚੀਜ਼ ਸੁਣ ਲਓ। ਗੌਰਵ ਨੇ ਤੇ ਥੋੜਾ ਜਿਹਾ ਇੱਥੇ ਇੱਕ ਥੋੜਾ ਜਿਹਾ ਲੈ ਕਰ ਗਿਆ ਸੀਗਾ। ਉਹ ਸੀਗਾ ਕਿ ਹੈਂਡ ਰਾਈਟਿੰਗ ਨੂੰ ਬੱਚੇ ਨਾ ਸੀਰੀਅਸਲੀ ਨਹੀਂ ਲੈਂਦੇ। ਬੱਚਾ ਜਦ ਤੱਕ ਤੁਸੀਂ ਜੋ ਲਿਖਦੇ ਪਏ ਹੋ ਐਗਜ਼ਾਮੀਨਰ ਨੂੰ ਤੋਂ ਪੜ੍ਹ ਹੀ ਨਾ ਹੋਇਆ, ਤੇ ਫਿਰ ਉਹਨੂੰ ਬੈਂਡ ਕਿਸ ਚੀਜ਼ ਦੇ ਲਾਉਣੇ ਆ? ਸੋ ਇੱਕ ਚੀਜ਼ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਪ੍ਰੈਪਰੇਸ਼ਨ ਆਪਣੀ ਆਪ ਦੀ ਸ਼ੁਰੂ ਕਰੋ, ਨਾਲ ਹੈਂਡ ਰਾਈਟਿੰਗ ਨੂੰ ਵੀ ਸੀਰੀਅਸਲੀ ਲਓ। ਕਿਉਂਕਿ ਅਗਰ ਹੈਂਡ ਰਾਈਟਿੰਗ ਨੂੰ ਸੀਰੀਅਸਲੀ ਲਓਗੇ ਤਾਂ ਹੀ ਪਤਾ ਲੱਗੇਗਾ ਤੁਸੀਂ ਕੀ 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 ਤੁਹਾਡੇ ਅੰਦਰ ਸ਼ਾਇ ਹੈ, ਜਾਂ ਤੁਸੀਂ ਕੀ ਲਿਖ ਸਕਦੇ ਹੋ। ਤੇ ਇਹ ਬਹੁਤ ਇੰਪੋਰਟੈਂਟ ਹੈ। ਥੈਂਕ ਯੂ ਸੋ ਮਚ ਇਹਦੇ ਬਾਰੇ ਚਾਨਣਾ ਪਾਉਣ ਬਿਲਕੁਲ। ਲਈ। ਤੇ ਜਾਣ ਕੇ ਤੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ। ਅੱਛਾ, ਹੁਣ ਦੱਸ, what is what is your take for the listening part of the IELTS exam? Listening ਕਿੱਦਾਂ ਸੀ? listening ਚੋਂ 8 ਬੈਂਡ ਆਇਆ ਬੇਟਾ? ਲਿਸਨਿੰਗ ਲਿਸਨਿੰਗ ਮੇਰੀ ਸਭ ਤੋਂ ਈਜ਼ੀ ਮੋਡਿਊਲ ਹੈ ਜਿਹੜਾ ਮੈਨੂੰ ਲੱਗਦਾ। ਉਹਦਾ ਰਾਈਟਿੰਗ ਵੀ ਮੈਨੂੰ ਈਜ਼ੀ ਲੱਗਦਾ, ਪਰ ਲਿਸਨਿੰਗ ਜ਼ਿਆਦਾ ਈਜ਼ੀ, ਕਿਉਂਕਿ ਉਹ ਚ ਕੁਝ ਆਪਣਾ ਦਿਮਾਗ ਨਹੀਂ ਲਾਣਾ ਆਪਾਂ, ਬਸ ਦੋ ਬੰਦਿਆਂ ਦੀ ਗੱਲਾਂ ਸੁਣਨੀਆਂ ਜੋ ਕਿ ਆਪਾਂ ਕਰਦੇ ਹੀ ਆ ਰੋਜ਼। ਭਾਈ ਅੱਜ ਬਸ ਕੱਲ ਮੈਂ ਉਹਨੂੰ ਲੋਕੀ ਇਦਾਂ ਗੱਲਾਂ ਲੈਂਦਾ। ਨਹੀਂ ਸੁਣਦੇ। ਅੱਜ ਕੱਲ ਲੋਕੀ ਸੁਣਦੇ ਨਹੀਂ ਗੱਲਾਂ। ਤੈਨੂੰ ਕੀ ਦੱਸਾਂ, ਸੁਣਨਾ ਕਿਹੜਾ ਸੌਖਾ ਕੰਮ ਆ। ਵਧੀਆ ਗੱਲ ਹੈ, ਸੁਣ ਲੈਂਦਾ। ਤੇ ਬਸ ਮੈਂ ਇਹੀ ਸੋਚਿਆ
ਕਿ ਦੋ ਬੰਦੇ ਗੱਲਾਂ ਕਰਦੇ ਆ, ਮੈਂ ਉਹਨਾਂ ਦੀ ਗੱਲਾਂ ਚੋਂ ਬਸ ਦੱਸਣਾ। ਜਿੱਦਾਂ ਆਪਾਂ ਪੇਰੈਂਟਸ ਦੀ ਗੱਲ ਸੁਣਦੇ ਆ ਤੇ ਉਹ ਚੋਂ ਬਸ ਬਾਅਦ ਚੋਂ ਪੁੱਛਦੇ ਨਹੀਂ ਹੁੰਦੇ ਕੀ ਸਿੱਖਿਆ ਦੱਸ ਤੂੰ ਮੈਨੂੰ, ਬਸ ਮੈਂ ਉਦਾਂ ਲਿੱਤਾ ਉਹਨੂੰ ਲਾਈਟ ਲਿਸਨਿੰਗ ਨੂੰ, ਕਿ ਬਸ ਦੋ ਬੰਦੇ ਗੱਲਾਂ ਕਰਦੇ ਆ, ਮੈਂ ਉਹਨਾਂ ਦੀ ਗੱਲਾਂ ਸੁਣ ਕੇ ਬਸ ਆਨਸਰ ਲਾ ਰਹੇ ਕਿ ਮੈਂ ਕੀ ਸਿੱਖਿਆ ਉਹਨਾਂ ਦੀ ਗੱਲਾਂ ਚੋਂ, ਬਸ ਮੈਂ ਇਦਾਂ ਮਾਈਂਡ ਲਿੱਤਾ ਨਹੀਂ ਲਿਸਨਿੰਗ। ਡਿਸਟਰੈਕਟ ਹੁੰਦਾ? ਮਤਲਬ ਲੈਟਸ ਸੇ ਜਦੋਂ ਨਹੀਂ ਲਿਸਨਿੰਗ ਦਾ ਚੇਂਜ ਹੁੰਦਾ ਉਹ ਇਦਾਂ ਕਰਕੇ ਦਿਸ ਇਜ਼ ਯਰ ਨਹੀਂ ਨਹੀਂ, ਪਾਰਟ ਬਿਲਕੁਲ 1? ਬਿਲਕੁਲ ਨਹੀਂ। ਜੇ ਲਿਸਨਿੰਗ ਨੂੰ ਦੋ ਬੰਦਿਆਂ ਦੀ ਗੱਲਾਂ ਨੂੰ ਇੰਟਰਸਟ ਨਾਲ ਸੁਣੋਗੇ ਤਾਂ ਕਦੇ ਪੂਰੀ ਹੋ ਹੀ ਨਹੀਂ ਸਕਦੀ। ਹਾਂ ਕਿਉਂਕਿ ਹਰ ਬੰਦੇ ਦੀ ਗੱਲ ਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ, ਇਹ ਤਾਂ ਹੈ, ਤੇ ਇਹ ਤਾਂ ਹੈ, ਇਹ ਤਾਂ ਹੈ। ਇਹ ਤਾਂ ਹੈ। ਮੈਨੂੰ ਇੱਕ ਥੋੜਾ ਹੋਰ ਲੱਗਦਾ, ਕਈ ਵਾਰੀ ਬੱਚੇ ਕਹਿੰਦੇ ਵੀ ਸਰ ਜਦੋਂ ਨਾ ਉਹ ਸੈਕਸ਼ਨ 1 ਖਤਮ ਹੁੰਦਾ, ਸੈਕਸ਼ਨ 2 ਸ਼ੁਰੂ ਹੁੰਦਾ, ਹਮ, ਫਿਰ ਖਤਮ ਹੁੰਦਾ, ਫਿਰ ਤੀਜਾ ਸ਼ੁਰੂ ਹੁੰਦਾ, ਉਹ ਵਿਚਾਲੇ ਨਾ ਉਹ ਖਿਆਲ ਆਉਣ ਲੱਗ ਪੈਂਦੇ ਵੀ ਅੱਜ ਰਾਤ ਕੀ ਖਾਣਾ, ਅੱਜ ਸਵੇਰੇ ਮੈਂ ਆਹ ਹਮ। ਕੀਤਾ ਸੀ, ਇਹ ਸ਼ਾਮੀ ਉਹਨੂੰ ਮਿਲਣਾ, ਹੋਰ ਬਹੁਤ ਇਦਾਂ ਦੀ ਗੱਲਾਂ ਨਹੀਂ ਮਨ ਚ Distraction- ਕਰੀਆਂ, ਡਿਸਟਰੈਕਸ਼ਨ। ਨਹੀਂ ਮੇਰੇ ਲਈ ਆਏ ਸਗੋਂ, ਮੈਂ ਜਿਹੜਾ ਮੈਨੂੰ 1 ਮਿੰਟ ਮਿਲਦਾ ਸੀ ਮੈਂ ਉਹ 1 ਮਿੰਟ ਚ ਰਿਲੈਕਸ ਕੀਤਾ, ਉਹ 1 ਮਿੰਟ ਨੂੰ ਮੈਂ ਰਿਲੈਕਸੇਸ਼ਨ ਟਾਈਮ ਦੀ ਤਰ੍ਹਾਂ ਲਿੱਤਾ, ਕਿ 1 ਮਿੰਟ ਮੈਨੂੰ ਰਿਲੈਕਸ ਕਰਨ ਦਾ, ਕਿ ਦੋ ਬੰਦੇ ਆਏ ਗੱਲਾਂ ਦੱਸ ਕੇ ਚੱਲ ਗਏ, ਹੁਣ ਦੋ ਬੰਦੇ ਹੋਰ ਆ ਰਹੇ ਆ, ਨਵੇਂ ਬੰਦੇ ਆ ਰਹੇ, ਵਾਓ, ਦੋ ਬੰਦੇ, ਦੈਟਸ ਇਸ ਗੁੱਡ, ਤਰੀਕੇ ਦੈਟਸ ਨਾਲ। ਵੈਰੀ ਗੁੱਡ। ਅੱਛਾ ਇੱਕ ਚੀਜ਼ ਸਾਰੇ ਜਾਣੇ ਆਬਜ਼ਰਵ ਕਰੋ that ਗੌਰਵ ਦਾ ਜੋ ਇੱਕ ਸਟਾਈਲ ਹੈ ਨਾ, ਯੂ نو the way he is telling also, and even ਇਹਨੇ ਜਿੱਦਾਂ ਆਪਣੀ ਪ੍ਰੈਪਰੇਸ਼ਨ ਨੂੰ ਵੀ ਰੱਖਿਆ, ਉਹਦੇ ਵਿੱਚ ਇੱਕ ਪੋਜ਼ਿਟਿਵਿਟੀ ਬੜੀ ਹੈ। ਮਤਲਬ ਉਹਨੇ ਦੇਖੋ ਲਿਸਨਿੰਗ ਨੂੰ ਕੋਈ ਇਹ ਨਹੀਂ ਲਿਆ ਵੀ ਪ੍ਰੈਸ਼ਰ ਜਾਂ ਬਰਡਨ। ਦੋ ਬੰਦੇ ਆਏ, ਗੱਲਾਂ ਕੀਤੀਆਂ, ਗੱਲਾਂ ਸੁਣੀਆਂ, ਹਾਸਾ ਠਾਠਾ ਲਾਇਆ, ਫਿਰ ਅਗਲੇ ਦੋ ਬੰਦੇ ਆਏ, ਕੀਤਾ ਤੇ ਗੱਲ ਖਤਮ। ਦੈਟਸ ਗੁੱਡ। ਅੱਛਾ ਇਹਦੇ ਵਿੱਚ ਕੋਈ ਸਪੈਲਿੰਗ ਮਿਸਟੇਕ ਦੀ ਪ੍ਰੋਬਲਮ ਤਾਂ ਨਹੀਂ ਆਈ, ਕੋਈ ਐਸ ਜਿਵੇਂ ਕਈ ਬੱਚੇ ਕਹਿੰਦੇ ਹੁੰਦੇ ਆ? ਨਹੀਂ ਨਹੀਂ, ਇਹ ਅਗੇਨ ਵੋਕੈਬਲਰੀ ਤੇ ਆਉਂਦਾ ਕੰਮ, ਵੋਕੈਬਲਰੀ ਵਧੀਆ ਹੋਊਗੀ ਤਾਂ ਸਪੈਲਿੰਗ ਮਿਸਟੇਕ ਕੁਝ ਨਹੀਂ ਹੋਊਗੀ। ਅੱਛਾ ਲਿਸਨਿੰਗ ਵਿੱਚੋਂ ਐਮਸੀਕਿਊ ਆਏ ਸੀਗੇ? ਲਿਸਨਿੰਗ ਦੇ ਪੇਪਰ ਚੋਂ ਆਏ ਸੀਗੇ, ਆਏ ਆਏ ਸੀਗੇ? ਸੀਗੇ। ਸੌਖੇ ਤੇ ਲੱਗਦੇ ਆ? ਸੌਖੇ ਸੀਗੇ, ਸਭ ਤੋਂ ਸੌਖਾ ਮੈਨੂੰ ਮੈਪ ਲੱਗਦਾ। ਸਭ ਤੋਂ ਮੈਪ ਸੌਖਾ ਬਹੁਤ ਤਾਂ ਮੈਪ ਸੌਖਾ, ਲੱਗਦਾ। ਕਿਉਂਕਿ ਜਿਹੜਾ 1 ਮਿੰਟ ਮਿਲਦਾ ਨਾ ਪਹਿਲਾਂ, ਉਹ ਹੂੰ ਉਹਦੇ ਵਿੱਚ ਮੈਂ ਮੈਪ ਨੂੰ ਆਪਣੇ ਦਿਮਾਗ 'ਚ ਫੀਡ ਕਰ ਲੈਣਾ, ਕਿ ਮੈਂ ਸੇਵ ਕਰ ਲੈਣਾ ਮੈਪ ਨੂੰ, ਆਪਣੇ ਦਿਮਾਗ ਹੂੰ ਯਾਦ ਕਰ ਲੈਣਾ ਮੈਪ ਨੂੰ, ਕਿ ਜਿੱਥੇ ਮੰਨ ਹੂੰ। ਲਓ ਇੱਕ ਮਿੰਟ ਲਈ ਕਨਵਰਸੇਸ਼ਨ ਸਕਿਪ ਹੋ ਜਾਂਦੀ ਹੈ ਤਾਂ ਮੈਨੂੰ ਆਪਣੇ ਪਤਾ ਲੱਗ ਜਾਏ ਕਿ ਜਿਹੜੀ ਗੱਲ ਕਰਦਾ ਤੇ ਉਹ ਕਿੱਥੇ ਪਹੁੰਚਿਆ ਹੈ ਮੈਪ 'ਚ, ਦੈਟਸ ਵੈਰੀ ਗੁੱਡ, ਤੇ ਦੈਟਸ ਵੈਰੀ ਉਹਨਾਂ ਗੁੱਡ। ਮੈਨੂੰ ਬੈਨੀਫਿਟ ਮਿਲਦਾ ਸੀ। ਕਹਿਣ ਦਾ ਮੋਟਿਵ ਕੀ ਹੈ ਕਿ ਤੁਸੀਂ ਜਦੋਂ ਲਈ ਲਿਸਨਿੰਗ ਦੀ ਆਡੀਓ ਸ਼ੁਰੂ ਨਹੀਂ ਹੁੰਦੀ, ਪਹਿਲਾਂ ਤੁਸੀਂ ਕੁਐਸਚਨ ਪੜ੍ਹ ਲੈਂਦੇ ਹੋ, ਉਹਨੂੰ ਸਮਝ ਮੈਂ ਕੇ ਮੈਪ ਲਿਸਨਿੰਗ ਯਾਦ ਕਰੋ। ਕਰ ਲੈਣਾ, ਇੱਕ ਜਿਹੜਾ ਮੈਪ ਹੁੰਦਾ ਦਿੱਤਾ ਮੈਂ ਉਹਨੂੰ ਯਾਦ ਕਰ ਲੈਣਾ। ਐਵੇਂ ਨਹੀਂ ਬੈਂਡ ਆਉਂਦੇ ਵੈਸੇ, ਮੈਂ ਸਹੀ ਗੱਲ ਆ, ਬੱਚੇ ਜਿਹੜੇ ਮਿਹਨਤ ਮਾਰਦੇ ਆ ਮਿਹਨਤ ਮਾਰਦੇ ਆ। ਵਾਹ ਗੁੱਡ ਹੈ, ਗੁੱਡ ਹੈ। ਅੱਛਾ ਹੁਣ ਮੈਨੂੰ ਇੱਕ ਦੱਸੋ, ਲਿਸਨਿੰਗ ਹੋ ਗਈ ਬਹੁਤ ਵਧੀਆ, ਐਂਡ ਵਾਟ ਅਬਾਊਟ ਯੂਰ ਸਪੀਕਿੰਗ? ਸਪੀਕਿੰਗ ਬਾਰੇ ਕੀ ਸਪੀਕਿੰਗ ਖਿਆਲ ਤਾਂ ਹੈ ਤੁਹਾਡੇ? ਸਪੀਕਿੰਗ ਤਾਂ ਮੇਰੀ ਫੇਵਰੇਟ ਸੀਗੀ, ਜਿੱਦਾਂ ਕਿਉਂਕਿ ਇੱਥੇ ਕੁਝ ਨਹੀਂ ਕਰਨਾ, ਕਿਉਂਕਿ ਮੈਨੂੰ ਨਾ ਲਿਖਣ ਦੇ ਵਿੱਚ ਬਹੁਤ ਆਲਸ ਆਉਂਦਾ, ਮੈਂ ਲਿਖਣ ਹਾਂ ਚ ਲਿਖ ਕੇ ਬਿਲਕੁਲ ਰਾਜੀ ਨਹੀਂ, ਭਾਵੇਂ ਰਾਈਟਿੰਗ ਹੋਵੇ, ਭਾਵੇਂ ਰੀਡਿੰਗ ਹੋਵੇ, ਭਾਵੇਂ ਲਿਸਨਿੰਗ ਹੋਵੇ, ਮਾੜਾ ਮਾੜਾ ਤਾਂ ਲਿਖਣਾ ਪੈਂਦਾ ਹਰੇਕ ਚ, ਯੂ ਆਨਸਰ ਆਰ ਜਸਟ ਟ੍ਰਾਂਸਫਰ ਲਾਈਕ ਕਰਨੇ ਮੀ। ਪੈਂਦੇ ਮੈਨੂੰ। ਹਾਂਜੀ ਹਾਂਜੀ, ਆਨਸਰ ਟ੍ਰਾਂਸਫਰ ਕਰਨ ਚ ਮੈਨੂੰ ਬੜਾ ਆਲਸ ਆਉਂਦਾ, ਕਿ ਮੈਂ ਕਰਕੇ ਰਾਜੀ ਨਹੀਂ ਆਨਸਰ ਟ੍ਰਾਂਸਫਰ ਬਿਲਕੁਲ ਵੀ। ਤੇ ਜਿੱਦਾਂ ਮੈਂ ਇੰਸਟੀਚਿਊਟ ਦੇ ਵੀ ਕਹਿੰਦਾ ਹੁੰਦਾ ਸੀ, ਸਰ ਏਦਾਂ ਹੀ ਲੈ ਲਓ, ਮੈਂ ਆਨਸਰ ਏਦਾਂ ਹੀ ਟ੍ਰਾਂਸਫਰ ਲੈ ਨਹੀਂ ਲਓ, ਕਰਨੇ, ਏਦਾਂ ਨਾ ਆ ਜਾਓ, ਏਦਾਂ ਟ੍ਰਾਂਸਫਰ ਨਹੀਂ ਏਦਾਂ ਹੀ ਕਰਨਾ। ਕਰ ਲਓ ਚੈੱਕ। ਮੈਨੂੰ ਪਤਾ ਧੱਕੇ ਨਾ ਕਰਾਉਣੇ ਪੈਂਦੇ ਸੀਗੇ ਮੈਨੂੰ ਜਦੋਂ ਬਹੁਤ ਬੋਰਿੰਗ, ਟ੍ਰਾਂਸਫਰ, ਕਿ ਉੱਥੇ ਕਰਾਉਣਾ ਪੈਂਦਾ ਸੀਗਾ। ਬਹੁਤ ਬੋਰਿੰਗ ਲੱਗਦਾ ਮੈਨੂੰ। ਤੇ ਸਪੀਕਿੰਗ ਇਦਾਂ ਦਾ ਕਿ ਬਸ ਆਪਾਂ ਗੱਲਾਂ ਹੀ ਕਰਨੀਆਂ ਕੈਜੂਅਲੀ ਗੱਲ। ਮੈਂ ਜਿੱਦਾਂ ਉੱਥੇ ਐਂਟਰ ਕੀਤਾ ਰੂਮ 'ਚ, ਮੈਂ ਉਹਨੂੰ ਕੈਜੂਅਲੀ ਲਿੱਤਾ, ਬਸ ਇੱਕ ਚੀਜ਼ ਦਾ ਡਰ ਸੀਗਾ ਮੈਨੂੰ, ਕਿ ਐਕਸੈਂਟ ਮੈਨੂੰ ਉਹਦਾ ਸਮਝ ਆ ਜਾਏ ਬੰਦੇ ਦਾ, ਇਹ ਚੀਜ਼ ਦਾ ਮੈਨੂੰ ਡਰ ਸੀਗਾ। ਪਰ ਜਦੋਂ ਮੈਂ ਅੱਗੇ ਜਾ ਕੇ ਦੇਖਿਆ, ਉਹਨੇ ਬੰਦੇ ਨੇ ਆਪਣਾ ਨਾਂ ਦੱਸਿਆ, ਆਈ ਥਿੰਕ ਉਹ ਪੰਜਾਬੀ ਸੀਗਾ, ਤੇ ਮੈਂ ਹਿਸਾਬ ਲਾ ਲਿਆ ਕਿ ਪੰਜਾਬੀਆਂ ਦਾ ਐਕਸੈਂਟ ਕਿੱਦਾਂ ਦਾ ਹੋਊਗਾ, ਇਹ ਤਾਂ ਤੇ ਆਪਣੇ ਕੁਛ ਵਾਲਾ ਹੀ ਆ। ਔਖਾ ਨਹੀਂ ਹੋਊਗਾ, ਆਪਣੇ ਵਾਲਾ ਹੀ ਹੈ। ਫਿਰ ਮੈਂ ਉੱਥੇ ਰਿਲੈਕਸ ਹੋ ਗਿਆ, ਮੈਂ ਆਰਾਮ ਨਾਲ ਉੱਥੇ ਜਾ ਕੇ ਬਹਿ ਗਿਆ। ਪਹਿਲਾਂ ਮੈਂ ਹੱਥ ਜੀ ਥੱਲੇ ਕੀਤੇ, ਤਾਂ ਮੈਂ ਪਹਿਲਾਂ ਫਿਰ ਹੋਏ ਨੇ ਡਿਸਰਿਸਪੈਕਟ ਨੇ, ਫਿਰ ਮੈਂ ਏਦਾਂ ਜਾ ਕੇ ਬਹਿ ਗਿਆ। ਤੇ ਫਿਰ ਉੱਥੇ ਜਾ ਕੇ ਫਿਰ ਮੈਂ ਦੇਖਿਆ, ਉਹਨੇ ਮੇਰਾ ਨਾਮ ਪੁੱਛਿਆ, ਜਿੱਦਾਂ ਪਹਿਲਾਂ ਪਾਰਟ 1 ਚ ਮੈਂ ਰਿਲੈਕਸ ਹੋ ਗਿਆ ਨਾ, ਬਿਲਕੁਲ ਕੈਜੂਅਲ ਹੋ ਗਿਆ, ਮੈਨੂੰ ਜਮਾ ਮੇਰਾ ਡੀ ਸਟ੍ਰੈਸ ਹੋ ਗਿਆ ਮੈਂ ਬਿਲਕੁਲ। ਗੁੱਡ ਗੁੱਡ ਫਿਰ ਗੁੱਡ। ਕਿਊ ਕਾਰਡ ਵੀ ਮੇਰਾ, ਜਿੱਦਾਂ ਮੈਂ ਪ੍ਰੈਕਟਿਸ ਕੀਤਾ ਸੀ 1 ਦਿਨ ਪਹਿਲਾਂ ਹੀ, ਕਿਊ ਕਾਰਡ ਚ ਵੀ ਮੈਨੂੰ ਸੌਖਾ ਹੋ ਗਿਆ ਕੰਮ। ਅੱਛਾ ਉਹਦੀ ਵੀ ਪ੍ਰੈਡਿਕਸ਼ਨ ਲੱਗ ਗਈ, ਕੀ ਬਾਤ ਹੈ। ਹਾਂਜੀ ਹਾਂਜੀ, 1 ਦਿਨ ਪਹਿਲਾਂ ਹੀ ਮੈਂ ਪ੍ਰੈਕਟਿਸ ਕੀਤਾ ਸੀ ਕਿਊ ਕਾਰਡ ਵਾਲਾ, ਤੇ ਕਿਉਂ ਉਹੀ ਕੀ ਆਇਆ ਆਇਆ ਮੈਨੂੰ। ਸੀਗਾ? ਮੈਨੂੰ ਭੁੱਲ ਗਿਆ, ਆਪਾਂ ਕੀਤਾ ਸੀ, ਮੈਨੂੰ ਯਾਦ। ਡਿਸਕ੍ਰਾਈਬ ਐਨ ਇੰਟਰਸਟਿੰਗ ਨੇਬਰ। ਹਾਂ ਡਿਸਕ੍ਰਾਈਬ ਐਨ ਇੰਡਸਟਰੀ ਦੇ ਬਾਅਦ ਆਈ। 1 ਦਿਨ ਪਹਿਲਾਂ ਮੈਂ ਕੀਤਾ ਸੀਗਾ ਡਿਸਕ੍ਰਾਈਬ ਐਨ ਇੰਟਰਸਟਿੰਗ ਪਰਸਨ, ਉੱਥੇ ਆ ਗਿਆ ਇੰਟਰਸਟਿੰਗ ਨੇਬਰ। ਤੇ ਉਹਨੂੰ ਸਵਿਚ ਨੇਬਰ ਵੀ ਕਰਤਾ। ਪਰਸਨ ਹੁੰਦਾ, ਨੇਬਰ ਵੀ ਪਰਸਨ ਹੀ ਹੁੰਦਾ, ਬਸ ਕੁਛ ਨਹੀਂ, ਫਿਰ ਮੈਂ ਉਹੀ ਬੋਲਤਾ। ਤੇ ਫੋਲੋ ਅਪ ਚ ਮੈਂ ਥੋੜਾ ਜਿਹਾ ਹੋਇਆ ਸੀਗਾ ਟ੍ਰਿਕ, ਪਰ ਮੈਂ ਉੱਥੇ ਫਿਰ ਉਹਨੂੰ 1 ਸੈਕਿੰਡ ਦਾ ਪੌਜ਼ ਲੈ ਕੇ ਉੱਥੇ ਮੈਂ ਕਰਤਾ ਸੀ। ਤੇ ਸ਼ਾਇਦ ਮੇਰੇ ਲੱਗਦਾ ਫੋਲੋ ਅਪਸ ਦੇ ਵਿੱਚ ਹੀ ਮੇਰੇ ਬੈਂਡ ਕੱਟੇ ਗਏ ਨੇ, 1-2 ਬੈਂਡ ਜਿਹੜੇ ਮੇਰੇ ਕੱਟੇ ਗਏ ਫੋਲੋ ਅਪਸ ਹੀ ਕੱਟੇ ਗਏ। ਤੇਰਾ ਕਿਊ ਕਾਰਡ ਸਹੀ ਸੀਗਾ? ਕਿਊ ਕਾਰਡ ਬਿਲਕੁਲ ਸਹੀ ਸੀਗਾ, ਪਾਰਟ 1 ਵੀ ਸਹੀ ਸੀਗਾ, ਫੋਲੋ ਅਪ ਸੇ ਟ੍ਰਿਕ ਹੋ ਗਿਆ ਸੀ ਮੈਂ। ਅੱਛਾ ਉਹਦਾ ਵੈਸੇ ਤੈਨੂੰ ਕਿੱਦਾਂ ਪਤਾ ਲੱਗਾ ਕਿ ਆਹੀ ਕਿਊ ਕਾਰਡ ਜਾਂ ਪਰਸਨ ਵਾਲਾ ਹੀ ਤੈਨੂੰ ਆਉਣਾ?
ਕੀ ਇਹਦੇ ਵੀ ਕੋਈ ਕੈਟਾਗਰੀ ਵਗੈਰਾ ਕੁਝ, ਜਿਵੇਂ ਤੂੰ ਕਿਹਾ ਸੀਗਾ ਵੀ ਐਸੇ ਨਹੀਂ ਇਦਾਂ ਦੇ ਆਉਂਦੇ ਆ, ਐਜੂਕੇਸ਼ਨ ਜਾਂ ਫਲਾਣੇ ਆਉਂਦੇ ਨਹੀਂ ਆ, ਜੀ, ਕੀ ਇਹਦਾ ਇਹ ਵੀ ਤਾਂ ਕੋਈ ਤੁਸੀਂ ਚੀਜ਼ ਕਹਿ ਲਾਈ ਸਕਦੇ ਸੀ? ਹੋ, ਇਹ ਤਾਂ ਕਹਿ ਸਕਦੇ ਹੋ ਤੁਸੀਂ ਕਿਸਮਤ ਹੈ। ਆਏ ਹਾਏ, ਕਿਸਮਤ ਮੇਰਾ ਸਾਥ ਦੇਗੀ ਕਿਸਮਤ ਸਾਥ ਕਿ ਦੇਗੀ। ਜਿੱਦਾਂ ਕੁਦਰਤੀ ਮੈਂ ਉਹ ਕਰ ਲਿਆ ਕਿਊ ਹਾਂ ਕਾਰਡ ਹਾਂ ਜਿਹੜਾ ਹਾਂ, ਇੱਕ ਦਿਨ ਕਿਉਂਕਿ ਮੈਨੂੰ ਆਇਆ। ਯਾਦ ਆਇਆ, ਕਿਉਂਕਿ ਲਾਸਟ ਨਾ ਹਾਂ ਜਦੋਂ 3 ਵਜੇ ਸੀਗੇ, ਆਖਰੀ ਦਿਨ ਹਾਂਜੀ ਜਿਹੜੇ ਸਪੀਕਿੰਗ ਤੋਂ ਪਹਿਲਾਂ, ਹਮ, ਆਖਰੀ ਕਿਊ ਕਾਰਡ ਸੀ ਇਹ ਮੈਨੂੰ ਲੱਗਦਾ ਜਿਹੜਾ ਆਪਾਂ ਡਿਸਕਸ ਕੀਤਾ, ਹਾਂਜੀ ਕਿ ਹਾਂਜੀ ਗੌਰਵ ਬਿਲਕੁਲ। ਜੇ ਕਿਤੇ ਪਰਸਨ ਤੇ ਆ ਜਾਵੇ, ਕੋਈ ਪਰਸਨ ਤੇ ਆ ਜਾਏ ਤੇ ਇਹਦੇ ਚ ਆਹ ਚੀਜ਼ਾਂ ਤੋਂ ਬੋਲ ਲਈ, ਚਾਹੇ ਉਹ ਨੇਬਰ ਹੋਵੇ, ਚਾਹੇ ਉਹ ਗਾਈਡ ਹੋਵੇ, ਕੋਈ ਵੀ ਹੋਵੇ, ਉਹ ਤਾਂ ਆਹ ਚੀਜ਼ਾਂ ਬੋਲੀਆਂ ਜਾ ਸਕਦੀਆਂ, ਕਿਉਂਕਿ ਹਮ, ਐਂਡ ਆਫ ਦਾ ਡੇ ਇਹ ਗੱਲ ਸਹੀ ਹੈ ਕਿ ਜਿਹੜੇ ਕਿਊ ਕਾਰਡ ਦੇ ਵੀ ਟੌਪਿਕਸ ਨੇ ਉਹ ਵੀ ਉਹੀ ਪੱਕੇ ਆ। Either ਉਹੀ it will ਪੱਕੀ be ਹੈ। about person, it will be about something, ਜਾਂ ਕੋਈ ਨਾ ਕੋਈ ਐਕਸਪੀਰੀਅੰਸ ਬਾਰੇ ਹੋਏਗਾ, ਜਾਂ ਕੋਈ ਨਾ ਕੋਈ ਐਸੀ ਚੀਜ਼ ਹੋਏਗੀ ਜਿਹੜੀ you can live without, ਸੋ ਇਹਦਾ ਬਾਰੇ ਆ। even they are also very easy to predict ਕਿ ਯਾਰ ਇਹ ਆ ਚੁੱਕੇ ਨੇ, ਇਹਨਾਂ ਚੋਂ ਹੀ ਆ ਸਕਦਾ ਹੈ। that's good, that's very good। ਇੱਕ ਸਿਰਫ ਰੀਡਿੰਗ ਆ ਜਿਹਦੀ ਪ੍ਰੈਡਿਕਸ਼ਨ ਨਹੀਂ ਕਰ ਸਕਦੇ, ਕਿਉਂਕਿ ਲਿਸਨਿੰਗ ਵੀ ਕੰਟੈਂਟ ਸਾਰਾ ਕੁਐਸਚਨ ਟਾਈਪਸ ਉਹੀ ਹੁੰਦੀ ਹੈ, ਬਸ ਗੱਲਾਂ ਹੀ ਚੇਂਜ ਹੁੰਦੀ ਹੈ। ਤੇ ਰਾਈਟਿੰਗ ਦੇ ਵਿੱਚ ਵੀ ਟੌਪਿਕਸ ਹੋਈ ਜਾਂਦੇ ਆ ਚਾਰ ਪੰਜ ਦੇ ਵਿੱਚੋਂ, ਤੇ ਸਪੀਕਿੰਗ ਦੇ ਵਿੱਚ ਵੀ ਕਿਊ ਕਾਰਡ ਹੋਈ ਜਾਂਦੇ ਚਾਰ ਪੰਜ, ਬੰਦਾ ਕਰੋ ਕੋਈ ਡਿਸਕ੍ਰਾਈਬ ਜਾਂ ਕੁਝ ਵੀ। ਇਹਦਾ ਮਤਲਬ ਤੈਨੂੰ ਪ੍ਰੈਡਿਕਸ਼ਨ ਕਰਨੀ ਤੈਨੂੰ ਸੌਖੀ ਸੀਗੀ ਥੋੜੀ ਜਿਹੀ, ਹਾਂ ਇਟ ਵਾਸ ਯਾਰ, ਕੁਆਇਟ ਈਜ਼ੀ। ਹਮ, ਅਸਲ 'ਚ ਦਿਮਾਗ ਜਿਹਦਾ ਨਾ ਦਿਮਾਗ ਸ਼ਾਂਤ ਹੈ, the person who has a very strong mind, he can do it very ਹਮ, easily, ਹੋ ਜਾਂਦਾ ਹੈ। ਅੱਛਾ, ਹੁਣ ਆ ਜਾ, ਤੇਰਾ ਐਕਸਪੀਰੀਅੰਸ ਕਿੱਦਾਂ ਰਿਹਾ ਪੇਪਰ ਦਾ, ਉਹਦੇ ਬਾਰੇ ਗੱਲ ਕਰਦੇ ਹਾਂ। ਤੇਰੇ ਕਿੰਨੇ ਵਜੇ ਪੇਪਰ ਹਮ। ਸੀਗਾ? ਮੇਰਾ ਸੀਗਾ ਪੇਪਰ 1 ਵਜੇ ਸ਼ੁਰੂ ਸੀਗਾ ਮੇਰਾ। ਫਿਰ ਦਾ, ਫਿਰ ਦੁਪਹਿਰੇ ਸੀਗਾ ਇਹਦਾ ਮਤਲਬ। ਹਾਂਜੀ ਹਾਂਜੀ। ਕਿੰਨੇ ਵਜੇ ਪਹੁੰਚੇ ਉੱਥੇ ਫਿਰ ਗੌਰਵ? ਮੈਂ 12 ਵਜੇ ਪਹੁੰਚ ਗਿਆ ਸੀ ਅੰਦਰ, ਸਮਾਨ ਸਮੂਹ ਜਮ੍ਹਾਂ ਕਰਾ ਕੇ ਸਾਰਾ, ਅੰਦਰ ਮੈਂ ਟੇਬਲ ਤੇ ਬੈਠਾ ਸੀ 12 ਵਜੇ। 12 ਵਜੇ ਬਹਿ ਗਿਆ ਸੀ। ਅੱਛਾ, ਉਹ ਟੇਬਲ ਤੇ ਨਹੀਂ ਬੈਠਾ। ਕਿਸੇ ਨਾਲ ਕੋਈ ਗੱਲਾਂ ਬਾਤਾਂ ਨਹੀਂ ਹੋਈਆਂ, ਜਿਵੇਂ ਉਹ ਪਹਿਲਾਂ ਬਿਠਾਉਂਦੇ ਆ ਫਿਰ ਆਲੇ ਦੁਆਲੇ ਕੋਈ ਨਾ ਕੋਈ ਆ ਕੇ ਬਹਿ ਜਾਂਦਾ, ਕੁਛ ਇਦਾਂ ਦਾ ਕੋਈ ਮਿਲਿਆ? ਮਿਲੇ? ਨਹੀਂ ਨਹੀਂ ਮੈਨੂੰ ਨਹੀਂ ਮਿਲਿਆ ਕੋਈ, ਇੱਕ ਅੱਧਾ ਹੀ ਅੱਛਾ ਮਿਲਿਆ ਅੱਛਾ। ਸੀਗਾ। ਉਹਨੂੰ ਵੀ ਮੈਂ ਸਗੋਂ ਮੋਟੀਵੇਟ ਹੀ ਕੀਤਾ ਹੋਊਗਾ, ਉਤੋਂ ਮੈਂ ਹੋਇਆ ਨਹੀਂ ਹੋਊਗਾ, ਉਹਨੂੰ ਮੋਟੀਵੇਟ ਕੀਤਾ ਹੋਊਗਾ ਸਗੋਂ ਮੈਂ, ਤੇ ਤੂੰ ਤਾਂ ਨਹੀਂ ਉਤੋਂ ਮੈਂ ਡੀਮੋਟੀਵੇਟ ਹੋਇਆ? ਨਹੀਂ ਨਹੀਂ, ਸਗੋਂ ਮੈਂ ਉਹਨੂੰ ਮੋਟੀਵੇਟ ਕੀਤਾ ਕਿ ਅੱਛਾ ਉਹਦਾ ਸੀਗਾ ਥਰਡ ਅਟੈਂਪਟ ਸੀ ਉਹਦੀ। ਅੱਛਾ ਤੇ ਅੱਛਾ 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 ਅੱਛਾ। ਮੈਂ ਉਦੋਂ ਏਦਾਂ ਹੀ ਕਹਿਤਾ ਕਿ ਮੈਂ ਕਿਹਾ ਕੀ ਪਤਾ ਤੇਰੇ ਥਰਡ ਅਟੈਂਪਟ, ਮੈਂ ਕਿਹਾ ਜ਼ਿਆਦਾਤਰ ਜਿੰਨੇ ਵੀ ਲੋਕੀ ਮੈਂ ਸੁਣਿਆ ਕਿ ਥਰਡ ਅਟੈਂਪਟ ਸਾਰਿਆਂ ਦੀ ਲੱਕੀ ਹੁੰਦੀ ਹੈ, ਤੇ ਮੈਂ ਏਦਾਂ ਉਹਨੂੰ ਮੋਟੀਵੇਟ ਕਰਤਾ ਸੀ ਕਿ ਥਰਡ ਹਾਂ ਅਟੈਂਪਟ ਤਾਂ ਸਾਰੇ ਕਲੀਅਰ ਕਰ ਜਾਂਦੇ ਆ। ਹਾਂ, ਤੇਰਾ ਤੇ ਮੈਂ ਉਹਨੂੰ ਪਹਿਲਾ ਸਗੋਂ ਅਟੈਂਪਟ ਮੋਟੀਵੇਟ, ਇਹ ਤਾਂ ਨਹੀਂ ਦੱਸਿਆ ਵੀ ਮੇਰਾ ਤੇਰਾ ਪਹਿਲਾ ਅਟੈਂਪਟ ਸੀਗਾ? ਨਹੀਂ ਉਹਨੂੰ ਦੱਸਿਆ ਸੀਗਾ, ਮੈਂ ਕਿਹਾ ਮੇਰਾ ਪਹਿਲਾ ਅਟੈਂਪਟ ਆ। ਹਾਂ ਹਾਂ ਤੇ ਹਾਂ 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 ਹਾਂ। ਹਮ, ਗੁੱਡ ਤੇ ਗੁੱਡ ਉਹਨੇ ਗੁੱਡ ਕੁਝ ਗੁੱਡ। ਨਹੀਂ, ਉਹਦਾ ਰਿਐਕਸ਼ਨ ਨਹੀਂ ਦਿੱਤਾ ਉਹਨੇ ਕੁਝ ਇਹਦੇ ਬਾਰੇ। ਨਹੀਂ, ਬੰਦਾ ਕਈ ਵਾਰੀ ਹੋ ਜਾਂਦਾ ਨਾ, ਜਿੱਦਾਂ ਫੋਰ ਐਗਜ਼ਾਮਪਲ, ਵੈਸੇ ਵੈਸੇ ਇਟਸ ਅ ਕਾਈਂਡ ਆਫ ਚੱਕਰ ਵੀ ਹੋਇਆ ਬੱਚੇ, ਹੁੰਦਾ ਇਦਾਂ ਹੀ ਹੈ, ਜਦੋਂ ਬੱਚਾ ਤੁਸੀਂ ਪੇਪਰ ਦੇਣ ਜਾਓ ਨਾ, ਉੱਥੇ ਤੁਹਾਨੂੰ ਇਦਾਂ ਦੇ ਬਹੁਤ ਮਿਲਦੇ ਆ, ਜਿਹੜਾ ਕੋਈ ਕੀ ਜਿਵੇਂ ਤੀਜੀ ਵਾਰੀ ਤੇ ਪੰਜਵੀਂ ਵਾਰੀ, ਉਹ ਬੜਾ ਕਈ ਵਾਰੀ ਇਟ ਫੀਲਸ ਡਿਪਰੈਸਿੰਗ ਥੋੜਾ ਜਿਹਾ ਹੋ ਜਾਂਦਾ। ਮੇਰਾ ਨਾ ਜਿੱਦਾਂ ਬਿਹੇਵੀਅਰ ਹੀ ਇਦਾਂ ਸੀਗਾ, ਭਾਵੇਂ ਮੈਨੂੰ ਆਈਡੀਪੀ ਦੇ ਚੇਅਰਮੈਨ ਆ ਕੇ ਕਹਿ ਦੇਵੇ ਕਿ ਪੇਪਰ ਮੈਂ ਔਖਾ ਪਾਇਆ, ਪਰ ਮੈਂ ਕਹਿਣਾ ਸੀ ਕੋਈ ਨਾ ਮੈਂ ਕਰ ਲੂੰਗਾ ਬਾਹਰ, ਮੈਂ ਕਰ ਆਈ ਲੂੰ। ਆਈ ਲਵ ਮੈਂ ਦਿਸ ਕੁਝ ਏਦਾਂ, ਥਿੰਗ। ਮੈਂ ਇਹ ਮੋਟੀਵੇਟ ਹੀ ਇਦਾਂ ਐਟੀਟਿਊਡ, ਨਹੀਂ, ਇਹ ਦਿਸ ਐਟੀਟਿਊਡ, ਇਹ ਵੀ ਮੋਟੀਵੇਸ਼ਨ ਆਈ ਕਿੱਥੋਂ ਗੌਰਵ? ਇਹ ਤਾਂ ਬੜਾ ਔਖਾ ਹੈ ਵੈਸੇ, ਇਹ ਮੈਂ ਪਹਿਲੀ ਵਾਰ ਸੁਣ ਰਿਹਾ ਕੋਈ ਬੱਚਾ ਇਦਾਂ ਕਰਿਆ। ਕੋਈ ਦੱਸ ਦੇਗਾ, ਕੋਈ ਮੂਵੀ ਦੇਖੀ ਜਾਂ ਕਿਤੋਂ ਕੋਈ ਸੁਣਿਆ ਕਿਤੋਂ? ਅਦਰਸ ਕੈਨ ਫੈਮਿਲੀ, ਹੈ। ਫੈਮਿਲੀ ਮੋਟੀਵੇਟ ਕਰਦੀ ਰਹਿੰਦੀ ਹੈ ਫੈਮਿਲੀ। ਫੈਮ ਨਹੀਂ, ਫੈਮਿਲੀ ਮੋਟੀਵੇਟ ਹਾਂਜੀ, ਕਰਦੀ ਕਿ ਫੈਮਿਲੀ ਫੈਂਟੀ ਚੜਦੀ ਹੈ ਕਿ ਜੇ ਨਾ ਆਏ? ਨਹੀਂ ਨਹੀਂ ਮੋਟੀਵੇਟ ਕਰਦੀ ਰਹਿੰਦੀ ਹੈ, ਨਹੀਂ, ਕੋਈ ਫਿਰ ਨਾ। ਤਾਂ ਵਧੀਆ ਗੱਲ, ਇਹ ਤਾਂ ਵਧੀਆ ਗੱਲ। ਮੈਂ ਹਾਂਜੀ, ਕਿਤੇ ਇਹ ਤਾਂ ਨਹੀਂ ਕਿਤੇ ਫੈਮਿਲੀ ਮੋੜ ਕੇ ਕਹਿੰਦੀ ਹੋਵੇ ਵੀ ਜੇ ਨਾ ਆਏ ਤੇ ਘਰ ਨਾ ਨਹੀਂ ਬੜੀ। ਨਹੀਂ ਨਹੀਂ ਨਹੀਂ, ਰੀਅਲ ਫੈਮਿਲੀ ਮੈਨੂੰ ਬਹੁਤ ਰੀਅਲ ਮੋਟੀਵੇਟ ਕਰਦੀ ਪੰਜਾਬੀ ਮੋਟੀਵੇਸ਼ਨ। ਹੈ। ਓ ਮਾਈ ਗॉड। ਅੱਛਾ, ਫਿਰ ਤੁਸੀਂ ਐਂਟਰ ਕੀਤੇ, ਪਹਿਲਾ ਮੋਡਿਊਲ ਕਿਹੜਾ ਹੋਇਆ ਸੀਗਾ? ਪਹਿਲਾ ਮੇਰਾ ਹੋਇਆ ਸੀਗਾ ਰਾਈਟਿੰਗ। ਪਹਿਲਾ ਸੀ ਰਾਈਟਿੰਗ। ਅੱਛਾ, ਰਾਈਟਿੰਗ ਟਾਸਕ 1 ਬਾਰੇ ਗੱਲ ਨਹੀਂ ਹੋਈ, ਟਾਸਕ ਟਾਸਕ 1 ਕੀ ਆਇਆ ਸੀਗਾ? ਟਾਸਕ 1 ਮੈਨੂੰ ਉਹ ਸੀਗਾ, ਪ੍ਰੋਸੈਸ ਸੀਗਾ ਰੀਸਾਈਕਲਿੰਗ ਕੈਨਸ ਵਾਲਾ, ਤੇ ਉਹ ਇਹ ਤਾਂ ਮੈਨੂੰ ਯਾਦ ਸੌਖਾ ਹੈ ਹੀ ਜਿੱਥੇ ਸੀਗਾ, ਤੱਕ ਮੇਰਾ 20 ਮਿੰਟ ਚ ਹੋ ਗਿਆ ਸੀ ਪੂਰਾ। ਇਹ ਤਾਂ ਸੌਖਾ ਸੀ ਮੇਰੇ ਖਿਆਲ ਨਾਲ, ਰੀਸਾਈਕਲਿੰਗ ਹਾਂ ਵਾਲੇ ਬਿਲਕੁਲ ਕੈਲਕੂਲੇਸ਼ਨ। ਸੌਖਾ ਸੀ, ਕਿਉਂਕਿ ਦੇਖ ਕੇ ਲਿਖਣਾ ਹੁੰਦਾ ਟਾਸਕ 1 ਚ, ਤਾਂ ਉੱਚ ਕੋਈ ਦਿਮਾਗ ਆਪਣਾ ਮੈਨੂੰ ਬਹੁਤ ਲੱਗਦਾ। ਮਿਹਨਤ ਨਹੀਂ ਮਾਰਨੀ ਪੈਂਦੀ। ਅੱਛਾ, ਪਹਿਲਾਂ ਉਹ ਟਾਸਕ ਚ 2 ਕੋਈ, ਕੀਤਾ ਕਿ ਟਾਸਕ 1 ਕੀਤਾ? ਪਹਿਲਾਂ ਮੈਂ ਟਾਸਕ 2 ਕੀਤਾ। ਪਹਿਲਾਂ ਟਾਸਕ 2 ਕੀਤਾ, ਫਿਰ ਤੋਂ ਬਾਅਦ ਹਾਂ, ਟਾਸਕ 1 ਕਿਉਂਕਿ ਕੀਤਾ। ਜਦੋਂ ਮੈਂ ਉਹਦਾ ਟੌਪਿਕ ਪੜਿਆ ਤਾਂ ਮੈਨੂੰ ਹੂੰ ਲੱਗਾ ਇਹ ਤਾਂ ਮੈਨੂੰ ਆਉਂਦਾ ਹੀ ਹੈ ਟੌਪਿਕ, ਕਿਉਂਕਿ ਇਹ ਮੈਂ ਹੂੰ ਕੀਤਾ ਹੋਇਆ ਕਲੋਥਸ ਬਾਰੇ, ਫੈਸ਼ਨ ਹੂੰ ਬਾਰੇ ਤਾਂ ਮੈਂ ਹੂੰ ਬਹੁਤ ਪੜਿਆ ਹੋਇਆ ਪਹਿਲਾਂ ਵੀ। ਤੇ ਜਿੱਦਾਂ ਆਮ ਹੂੰ। ਰੀਅਲ ਲਾਈਫ ਐਗਜ਼ਾਮਪਲਸ ਵੀ ਬਹੁਤ ਨੇ ਮੇਰੇ ਕੋਲ ਫੈਸ਼ਨ ਬਾਰੇ, ਜਿੱਦਾਂ ਹਾਂ, ਦੇਖੀ ਤਾਂ ਆਪਾਂ ਐਂਡ ਇਵਨ ਜੋ ਬ੍ਰਾਂਡਸ ਪ੍ਰਮੋਸ਼ਨ। ਕਲਾਸ ਵਿੱਚ ਕੀਤਾ ਉਹ ਆ ਜਾਵੇ ਤੇ ਹੋਰ ਇਹ ਤੋਂ ਬਾਅਦ ਕੀ ਚਾਹੀਦਾ? ਹਾਂਜੀ, ਆਈਡੀਆਜ਼ ਹੋਰ ਵੀ ਕਲੀਅਰ ਚਾਹੀਦਾ। ਸੀਗੇ। ਅੱਛਾ, ਇਸ ਤੋਂ ਬਾਅਦ ਫਿਰ ਕੀ ਹੋਇਆ ਸੀ? ਲਿਸਨਿੰਗ ਹੋਈ ਸੀ ਕਿ ਰੀਡਿੰਗ ਹੋਈ ਸੀ? ਉਸ ਤੋਂ ਬਾਅਦ ਮੇਰੀ ਹੋਈ ਸੀ ਲਿਸਨਿੰਗ। ਲਿਸਨਿੰਗ ਹੋਈ ਸੀਗੀ। ਤੇ ਲਿਸਨਿੰਗ ਓਕੇ। ਦਾ ਮੈਨੂੰ ਸਭ ਤੋਂ ਵਧੀਆ ਪਾਰਟ ਇਹ ਲੱਗਾ ਕਿ ਜਿਹੜਾ ਉੱਥੇ ਉਹਨਾਂ ਨੇ ਵੋਲਿਊਮ ਐਡਜਸਟਰ ਦਿੱਤਾ ਸੀ, ਅੱਛਾ, ਕੀ ਬਾਤ ਹੈ। ਕਿਉਂਕਿ ਮੇਰਾ ਪਤਾ ਨਹੀਂ ਇਹ ਹਿਸਾਬ ਆ ਕਿ ਕਿਸੇ ਸੈਕਸ਼ਨ 'ਚ ਮੈਨੂੰ ਵੋਲਿਊਮ ਜ਼ਿਆਦਾ ਸੁਣ ਤੇ ਆਨਸਰ ਮੈਨੂੰ ਪਤਾ ਲੱਗਦਾ, ਕਿਸੇ ਤੇ ਮੈਨੂੰ ਹਾਈ ਲੋ ਵੋਲਿਊਮ ਤੇ।
So you were कि able to ਮੈਨੂੰ adjust your volume. ਐਡਜਸਟ, ਆਈ ਵਾਸ ਕੰਟੀਨਿਊਸਲੀ ਐਡਜਸਟਿੰਗ। ਮਤਲਬ ਤੂੰ ਤੇ ਇੰਡੀਵਿਜੂਅਲੀ ਐਡਜਸਟ ਕਰਦਾ ਸੀਗਾ। ਮੈਂ ਹਰ 2 ਕੁਐਸਚਨ ਤੋਂ ਬਾਅਦ ਕਦੇ ਵਧਾ ਲਈ ਕਦੇ ਘਟਾ ਲਈ। ਨਹੀਂ ਤੇ ਵਧੀਆ ਉਹ ਮੈਨੂੰ ਵਧੀਆ ਬੜਾ ਤਾਂ ਫਾਇਦਾ। ਹੀ। ਨਹੀਂ ਇਹ ਚੀਜ਼ ਬੱਚੋ ਇਹ ਥੋੜੀ ਇੰਪੋਰਟੈਂਟ ਹੈ, ਇਹ ਚੀਜ਼ ਨਵੀਂ ਹੈ। ਅਨਦਰ ਅਪਡੇਟ ਇਹ ਸੁਣ ਲਓ, ਅਗਰ ਲਿਸਨਿੰਗ 'ਚ ਉੱਥੇ ਕੋਈ ਵੋਲਿਊਮ ਦੀ ਪ੍ਰੋਬਲਮ ਹੋਵੇ ਤਾਂ ਇੰਡੀਵਿਜੂਅਲੀ ਤੁਸੀਂ ਅਪਡੇਟ ਕਰ ਸਕਦੇ ਹੋ। ਵੈਰੀ ਗੁੱਡ। ਐਡਜਸਟ ਕਰ ਫਿਰ ਉਸ ਤੋਂ ਬਾਅਦ ਰੀਡਿੰਗ ਹੋਈ ਰੀਡਿੰਗ ਹੋਈ। ਹਨਾ, ਤੇ ਰੀਡਿੰਗ ਦੇ ਰੀਡਿੰਗ ਵਿੱਚ ਮੈਂ ਥੋੜਾ ਨਰਵਸ ਸੀਗਾ ਹਾਂ ਕਿਉਂਕਿ ਹਾਂ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਪਤਾ ਨਹੀਂ ਕਿਹੜੇ ਹਾਈ ਲੈਵਲ ਦੀ ਰੀਡਿੰਗ ਆ ਜਾਊਗੀ। ਪਰ ਜਦੋਂ ਮੈਂ ਪਹਿਲਾ ਪੈਸੇਜ ਸੋਲਵ ਕੀਤਾ, ਪਹਿਲਾ ਪੈਸੇਜ ਮੇਰਾ ਹੋ ਗਿਆ ਸੀ 15 ਮਿੰਟਸ ਦੇ ਵਿੱਚ। ਤੇ ਪਤਾ ਪਹਿਲਾ ਲੱਗਾ ਵੀ ਪੈਸੇਜ ਸੋਲਵ ਸੌਖੀ ਕੀਤਾ। ਰੀਡਿੰਗ। ਹਾਂ, ਉਸ ਤੋਂ ਪਤਾ ਲੱਗਾ ਕਿ ਮੈਂ ਪਹਿਲਾ ਪੈਸੇਜ ਜਿੱਦਾਂ ਦਾ ਇੰਸਟੀਚਿਊਟ ਤੇ ਕੀਤਾ ਸੀ ਉਦਾਂ ਦਾ ਹੀ ਇੱਥੇ ਆਇਆ, ਤੇ ਨਹੀਂ ਪਰ ਤੇਰੇ ਅਗਲੇ ਵੈਸੇ ਦੋ ਵੀ ਉਦਾਂ ਉਦਾਂ ਦੇ ਹੋਣਗੇ। ਮੈਂ ਨਾ ਥੋੜਾ ਇਹਨੂੰ ਖੰਗਾਲ, ਤੇਰੇ ਮਨ 'ਚ ਕਿਉਂ ਸੀਗਾ ਵੀ ਰੀਡਿੰਗ ਔਖੀ ਹੋਣੀ ਹੈ? ਆਪ ਲੋੜ ਗੱਲਾਂ ਕਿਉਂਕਿ ਸੁਣ ਕੇ। ਰੀਡਿੰਗਸ ਪਤਾ ਨਹੀਂ ਨਾ, ਇੰਨੀਆਂ ਜ਼ਿਆਦਾ ਰੀਡਿੰਗਸ ਨੇ ਕੋਈ ਬੰਦਾ ਅੰਦਾਜ਼ਾ ਹੀ ਨਹੀਂ ਲਾ ਸਕਦਾ ਕਿੱਦਾਂ ਦੀ ਆ ਜਾਵੇ। ਰੀਡਿੰਗਸ ਦਾ ਹੂੰ ਇਹ ਹੁੰਦਾ। ਸੋ ਤੇਰੇ ਮਨ 'ਚ ਕਿਤੇ ਕਿਤੇ ਡਰ ਸੀਗਾ ਉਸ ਚੀਜ਼ ਨੂੰ ਲੈ ਕੇ? ਮੈਨੂੰ ਡਰ ਸੀਗਾ ਜਦੋਂ ਮੇਰਾ ਪੇਪਰ ਹੋ ਗਿਆ, ਮੈਨੂੰ ਲੱਗਦਾ ਸੀਗਾ ਕਿ ਮੇਰੇ ਰੀਡਿੰਗ 'ਚ 5 ਬੈਂਡ ਤੋਂ ਉੱਤੇ ਨਹੀਂ ਆਣੇ। ਰੀਅਲੀ? ਤੇ ਜਿੱਦਣ ਮੇਰਾ ਰਿਜ਼ਲਟ ਆਇਆ ਮੈਂ ਸਰਪ੍ਰਾਈਜ਼ ਹੋ ਗਿਆ ਕਿ 6.5 ਇਨ ਰੀਡਿੰਗ। ਮੈਨੂੰ ਤਾਂ 5 ਦੀ ਉਮੀਦ ਸੀਗੀ ਰੀਡਿੰਗ 'ਚ, ਤੇ ਉਹ ਓਏ ਪਤਾ ਪਤਾ ਨਹੀਂ ਹੁਣ। ਕੀ ਹੈ ਗੱਲ, ਏਦਾਂ ਗੌਰਵ ਡਰ ਹਮ, ਜਦੋਂ ਮਨ 'ਚ ਬਹਿ ਜਾਵੇ ਨਾ, ਚਾਹੇ ਤੁਸੀਂ ਵਧੀਆ ਵੀ ਕਰੋ, ਕਿਤੇ ਨਾ ਕਿਤੇ ਡਰ ਉਹ ਨਹੀਂ ਨਿਕਲਦਾ। ਹਮ, ਬੱਚੇ ਦਾ ਰਿਜ਼ਲਟ ਆ ਜਾਂਦਾ ਤਾਂ ਮੈਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਮੇਰਾ ਹਮ, ਰਿਜ਼ਲਟ, ਦਿਸ ਇਜ਼ ਮਾਈ ਰਿਜ਼ਲਟ, ਉਹ ਹਮ। ਫਿਰ ਰਿਜ਼ਲਟ ਕਰਦਾ ਹੁੰਦਾ। ਤੇ ਅੱਛਾ ਹੁਣ ਰੀਡਿੰਗ 'ਚ ਮੈਨੂੰ ਮੈਨੂੰ ਦੱਸ। ਇੱਕ ਚੱਕਰ ਸੀਗਾ ਕਿ ਆਨਸਰ ਟ੍ਰਾਂਸਫਰ ਵਿੱਚ ਹੀ ਕਰਨੇ ਪੈਂਦੇ 1 ਘੰਟੇ ਦੇ ਵਿੱਚ, ਤੇ ਮੈਨੂੰ ਉਹ ਬਹੁਤ ਹਮ, ਸੀਗਾ ਕਿ ਮੈਨੂੰ 5-7 ਮਿੰਟ ਕੱਢਣੇ ਪੈਣੇ ਐਂਡ ਦੇ ਵਿੱਚ ਆਨਸਰ ਟ੍ਰਾਂਸਫਰ ਕਰਨ ਲਈ। ਹਾਂ ਪਰ ਮੇਰੇ ਕੋ ਆਨਸਰ ਟ੍ਰਾਂਸਫਰ ਕਰਨ ਤੋਂ ਬਾਅਦ ਵੀ 2 ਮਿੰਟ ਰਹਿ ਗਏ ਸੀਗੇ, ਤੇ ਜਿਹੜੇ ਲਾਸਟ ਪੈਸੇ 'ਚ ਮੈਂ ਟਰੂ ਫਾਲਸ ਤੁੱਕੇ ਲਾਏ ਸੀਗੇ ਉਹ ਮੈਂ ਫਿਰ ਸੋਚ ਸਮਝ ਕੇ ਕਰ ਲਏ। that was your predictability kind of thing, predict ਹਾਂਜੀ ਕਰਕੇ ਹਾਂਜੀ। ਲਾਏ ਸੀਗੇ। ਤੇ ਹਮ, ਪੰਜਾਬੀਆਂ ਦੇ ਹਿਸਾਬ ਨਾਲ ਤੁੱਕੇ ਲਾਏ ਕਿ ਪ੍ਰੈਡਿਕਟ ਕੀਤੇ ਸੀਗੇ? ਤੁੱਕੇ ਲਾਏ ਸੀ, ਯੈਸ 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 ਸਰ। ਆਏ this is also ਫਿਰ something ਉਹ ਚੋ ਇਹ ਵੀ ਵਧੀਆ ਉਹ ਮੈਥਡ ਹੈ ਚੋ ਚਾਰ ਆਖਰੀ ਮੌਕੇ ਚਾਰ ਤੇ ਨਾ। ਸੀਗੇ। ਹਾਂ ਆਖਰੀ ਮੌਕੇ ਚਾਰ ਸੀਗੇ, ਉਹ ਚ ਦੋ ਤਾਂ ਯੈਸ ਸੀਗੇ, ਤੇ ਇੱਕ ਹਾਂ। ਸੀਗਾ ਨੋ, ਇੱਕ ਸੀਗਾ ਨੋਟ ਗਿਵਨ। ਉਹ ਫਿਰ ਨਹੀਂ ਇਹ ਦੇਖ ਚੀਜ਼ ਕੇ ਲੱਗ ਬੱਚਿਓ ਗਏ ਸੀ 2 ਮਿੰਟ। ਸਿੱਖੋ, ਇਹ ਚੀਜ਼ ਸਿੱਖੋ ਜਦੋਂ ਤੁਹਾਡੇ ਕੋਲ ਟਾਈਮ ਲੈਟਸ ਸੇ 2 ਮਿੰਟ ਹੀ ਹੋਣ ਨਾ, ਕਦੇ ਵੀ ਕੋਈ ਕੁਐਸਚਨ ਖਾਲੀ ਨਾ ਛੱਡੋ, ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈਗੀ। ਅਗਰ ਲਾਉਣੇ ਸਾਰੇ ਯੈਸ ਯੈਸ ਲਾ ਦਿਓ, ਸਾਰੇ ਨੋ ਨਾ ਲਾ ਦਿਓ। ਯੈਸ ਲਾ ਦੋ। ਪਰ ਲਾਉਣੇ ਉਦੋਂ ਆ ਜਦੋਂ ਜਦੋਂ ਸਿਰਫ 2 ਮਿੰਟ ਰਹਿੰਦੇ ਹੋਣ। ਇਹ ਨਹੀਂ ਕਿ ਤੁਸੀਂ 15 ਮਿੰਟ ਹੈਗੇ ਤੁਸੀਂ ਯੈਸ ਨੋ ਸਾਰੇ ਲਾਈ ਜਾ ਰਹੇ ਹੋ। ਅੱਛਾ ਉਦਾਂ ਮੈਂ ਜਾਂਦੇ ਦੇਖਿਆ ਜਾਂਦੇ ਯਾ ਬੋਲੋ ਬੋਲੋ। ਯੈਸ ਲਾਉਣ ਦਾ ਫਾਇਦਾ ਕਿਉਂਕਿ ਯੈਸ ਜ਼ਿਆਦਾ ਹੁੰਦੇ ਆਨਸਰ, ਤੇ ਯੈਸ ਹੂੰ ਲਾਵੇ ਤਾਂ ਬੰਦਾ ਇਹ ਸਹੀ ਤਾਂ ਹੈ ਦਿੰਦਾ। ਇਹ ਤਾਂ ਹੈ ਇਹ ਤਾਂ ਹੈ। ਹੁਣ ਜਸਟ ਇੱਕ ਏਦਾਂ ਕਰ ਗੌਰਵ, ਜਾਂਦੇ ਜਾਂਦੇ ਕਿਉਂਕਿ ਆਪਣੇ ਕੋਲ ਸਿਰਫ 5 ਮਿੰਟ ਬਚੇ ਆ, ਜਾਂਦੇ ਜਾਂਦੇ ਐਨੀ ਸੁਜੈਸ਼ਨ ਦੈਟ ਯੂ ਵਾਂਟ ਟੂ ਗਿਵ ਟੂ ਯੂਰ ਫੈਲੋ ਸਟੂਡੈਂਟਸ, ਕੋਈ ਇੱਕ ਚੀਜ਼ ਜੇ ਲੱਗਦਾ ਵੀ ਯਾਰ ਕਿੱਦਾਂ ਆਇਲਸ ਕਰਨੀ ਚਾਹੀਦੀ ਹੈ, ਅਗਰ ਤੈਨੂੰ ਕੋਈ ਕਵੇ ਕਿੱਦਾਂ ਸ਼ੁਰੂ ਕਰਾਂ ਮੈਂ? ਆਇਲਸ ਆਇਲਸ ਬਸ ਆਪਣੀ ਵੋਕੈਬਲਰੀ ਵਧੀਆ ਕਰੋ, ਇਹਨੂੰ ਇਹਦੇ ਹੂੰ ਵਿੱਚ ਕ੍ਰੈਮਿੰਗ ਬਿਲਕੁਲ ਨਾ ਕਰੋ। ਬਸ ਇਹੀ ਹੂੰ ਕਹੂੰਗਾ ਸਲੋ ਐਂਡ ਸਟੱਡੀ ਵਿਨ ਦ ਰੇਸ। ਹੂੰ ਇਹੀ ਹੋ ਸਕਦਾ ਕਿ ਸਲੋ ਆਰਾਮ ਸਟੱਡੀ। ਨਾਲ ਕਰੋ ਇਹਨੂੰ, ਹਾਂ ਵਿਨ ਦ ਹਾਂ ਹਾਂ ਰੇਸ। ਹਾਂ ਲਿਟਰਲੀ ਸਹੀ ਗੱਲ ਹੈ ਸਹੀ ਗੱਲ ਹੈ। ਤੇ 1 ਮਹੀਨੇ ਤੋਂ 1 ਮਹੀਨੇ ਦੇ ਵਿੱਚ ਆਰਾਮ ਨਾਲ ਹੋ ਸਕਦੀ ਹੈ ਆਇਲਸ। ਇਹ ਤੋਂ ਵੱਧ ਟਾਈਮ ਇਹਨੂੰ ਨਹੀਂ ਚਾਹੀਦਾ ਆਇਲਸ। ਹਾਂ ਜੇ ਤੁਸੀਂ ਕੰਟੀਨਿਊਸਲੀ ਬੰਦਿਆਂ ਵਾਂਗੂ ਮਤਲਬ ਵਾਕਈ ਪੜ੍ਹ ਰਹੇ ਹੋ, ਮਤਲਬ ਕਿਤਾਬ ਖੋਲ ਕੇ ਨਹੀਂ ਬੈਠੇ, ਇਹ ਗੱਲ ਸਹੀ ਕਹਿ ਰਿਹਾ ਗੌਰਵ, ਹੀ ਡਿਡ ਇਟ ਵੈਰੀ ਬਿਊਟੀਫੁਲੀ। ਅਗਰ ਬੱਚਾ ਤੁਸੀਂ ਮਤਲਬ ਕਿਸੇ ਨੂੰ ਦਿਖਾਉਣ ਲਈ ਨਹੀਂ ਕਰ ਰਹੇ, ਆਪਣੇ ਆਪ ਲਈ ਕਰ ਰਹੇ ਹੋ, ਮਤਲਬ ਤੁਹਾਨੂੰ ਪਤਾ ਮੇਰੀ ਲੋੜ ਹੈ, ਤੇ 1 ਮਹੀਨੇ ਵਿੱਚ ਆਇਲਸ ਕਿਤੇ ਨਹੀਂ ਗਈ ਬਹੁਤ ਈਜ਼ੀਲੀ ਕਰੈਕ ਕਰ ਸਕਦਾ। But ਹਾਂ ਅਗਰ ਮੈਂ ਆਪਣੇ ਘਰਦਿਆਂ ਨੂੰ ਦਿਖਾਉਣਾ ਕਿ 12 ਵਜੇ ਬਹਿ ਕੇ ਮੈਂ ਕਿਤਾਬ ਖੋਲ ਕੇ ਬੈਠਾ ਮੈਂ ਆਈਲੈਟਸ ਕਰਦਾ, ਬੇਟਾ ਉਹ ਨਹੀਂ ਹੋਣੀ। ਤੁਹਾਡੀ ਲੋੜ ਹੈ, ਤੁਹਾਨੂੰ ਪਤਾ ਕਿ ਮੈਨੂੰ ਕੀ ਲੋੜ ਹੈ। ਜਿਨ੍ਹਾਂ ਨੇ ਆਇਲਸ ਕਰਨੀ ਆ ਉਹ ਕਿਤਾਬ ਬੰਦ ਕਰਕੇ ਵਾਲੀਬਾਲ ਖੇਡ ਕੇ ਘੁੰਮ ਫਿਰ ਕੇ ਉਹ ਕਰ ਲੈਂਦੇ ਆ, ਜਸਟ ਬਿਕੋਜ਼ ਕਿ ਜਦੋਂ ਉਹਨਾਂ ਨੇ ਪੜ੍ਹਨਾ ਉਹ ਪੂਰਾ ਫੋਕਸ ਹੁੰਦੇ ਨੇ। ਪਰ ਕਈ ਜਣਾਂ ਨੇ ਨਹੀਂ ਹੁੰਦੀ ਉਹ ਜਸਟ ਬਿਕੋਜ਼, ਕਿਉਂਕਿ ਕਈ ਜਣੇ ਕਹਿੰਦੇ ਸਰ ਇੰਨਾ ਪੜ੍ਹਦਾ ਸੀ ਉਹ 12 ਵਜੇ ਦੀ ਰਾਤ ਲੱਗਾ ਰਹਿੰਦਾ ਸੀਗਾ, ਇਹ ਹੋ ਗਿਆ ਫਲਾਨਾ ਹੋ ਗਿਆ। ਮਨ ਵਿੱਚ ਪੁੱਛੋ ਆਪਣੇ ਆਪ ਨੂੰ ਕਿ ਮੈਂ 12 ਵਜੇ ਦੀ ਰਾਤ ਪੜ੍ਹਿਆ ਆ ਕਿ ਜਸਟ ਮੈਂ ਕਿਤਾਬ ਖੋਲ ਕੇ ਬੈਠਾ ਸੀ। ਇਹ ਬਹੁਤ ਇੰਪੋਰਟੈਂਟ ਹੈ। ਐਂਡ ਵਿਦ ਦਿਸ ਨੋਟ ਆਈ ਜਸਟ ਵਾਂਟ ਟੂ ਥੈਂਕ ਗੌਰਵ, ਬਹੁਤ ਬਹੁਤ ਚੰਗਾ ਲੱਗਾ ਤੇਰੇ ਨਾਲ ਗੱਲ ਕਰਕੇ ਰਾਜੇ। ਐਂਡ ਵੈਲਕਮ ਸਰ। the way you did your IELTS it was marvelous, ਬਹੁਤ ਵਧੀਆ। ਐਂਡ ਇਹਦੇ ਵਿੱਚੋਂ ਜਿਹੜੀ ਸਭ ਤੋਂ ਵਧੀਆ ਗੱਲ ਗੌਰਵ ਦੀ ਸੀਗੀ ਕਿ ਇਹਨੇ ਕੀਤਾ ਕਿ ਇਹਨੇ ਪਿਛਲੇ ਜਿਹੜੇ ਕੁਐਸਚਨਸ ਆਏ ਸੀਗੇ ਐਸੇ ਦੇ, ਐਂਡ ਈਵਨ ਚਾਹੇ ਸਪੀਕਿੰਗ ਦੇ ਕਿਊ ਕਾਰਡ ਵੀ ਆਏ ਸੀ, ਜਾਂ ਈਵਨ ਜਿਹੜੀ ਪੁਰਾਣੀਆਂ ਰੀਡਿੰਗਸ ਵੀ ਹੈਗੇ ਨੇ ਕੈਂਬਰਿਜ ਦੀਆਂ, ਹੀ ਸੋਲਵਡ ਈਚ ਐਂਡ ਐਵਰੀਥਿੰਗ। ਉਹਦੇ ਨਾਲ ਕੀ ਹੋਇਆ, ਹੀ ਵਾਸ ਏਬਲ ਟੂ ਪ੍ਰੈਡਿਕਟ ਕਿ ਇਹਨੂੰ ਪੇਪਰ ਵਿੱਚ ਕਿੱਦਾਂ ਦਾ ਆਏਗਾ, ਕਿ ਯਾਰ ਐਸੇ ਇਸ ਕੈਟਾਗਰੀ ਦਾ ਆ ਸਕਦਾ, ਜਾਂ ਕਿਊ ਕਾਰਡ ਜਿਹੜਾ ਹੈਗਾ ਉਹ ਆਹੀ ਆਊਗਾ, ਇਹਨਾਂ ਵਿੱਚੋਂ ਹੀ ਆ ਸਕਦੇ ਆ। ਸੋ ਇਹ ਇੱਕ ਈਜ਼ੀ ਪਾਰਟ ਸੀਗਾ ਤੇਰੇ ਲਈ, ਹਨਾ? ਆਈ ਥਿੰਕ ਇਟ ਵਾਸ, ਇਹ ਤਾਂ ਹੈ ਇਹ ਹਾਂਜੀ ਤਾਂ ਹੈ। ਬਿਲਕੁਲ ਬਿਲਕੁਲ। ਚਲੋ
ਥੈਂਕ ਯੂ ਸੋ ਮਚ, ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਥੈਂਕ ਯੂ ਗੌਰਵ। ਇਦਾਂ ਹੀ ਆਪਾਂ ਮਿਲਦੇ ਰਵਾਂਗੇ, ਤੂੰ ਕੈਨੇਡਾ ਪਹੁੰਚ, ਫਿਰ ਉੱਥੇ ਜਾ ਕੇ ਰੱਜ ਕੇ ਆਪਾਂ ਗੱਲਾਂ ਕਰਾਂਗੇ ਐਂਡ ਫਿਰ ਦੁਬਾਰਾ ठीक। ਤੈਨੂੰ ਮਿਲਾਂਗੇ। ਥੈਂਕ ਯੂ ओके ਬੱਚਾ, सर, ਗੋਡ बाय। ਬlesਸ ਯੂ। ਬਹੁਤ ਬਹੁਤ ਮੁਬਾਰਕ।